ਭਾਵੇਂ ਕਿ ਅਸੀਂ ਕਹਿ ਦਿੰਦੇ ਹਾਂ ਵੀ ਜਦੋਂ ਜਾਂਚ ਤੇਜ਼ੀ ਫੜ ਲੈਂਦੀ ਹੈ ਤਾਂ ਕੋਈ ਨਾ ਕੋਈ ਕਾਰਨ ਐਸਾ ਬਣ ਜਾਂਦਾ ਕਿ ਉਸ ਜਾਂਚ ਨੂੰ ਵਿਚਕਾਰ ਹੀ ਠੱਪ ਦਿੱਤਾ ਜਾਂਦਾ, ਜਾਂ ਤਾਂ ਕੋਈ ਅਧਿਕਾਰੀ ਬਦਲ ਦਿੱਤਾ ਜਾਂਦਾ ਹੈ ਜਾਂ ਫਿਰ ਕੋਈ ਵੱਡੀ ਜਿਹੜੀ ਰਾਜਸੀ ਤਾਕਤ ਹੁੰਦੀ ਹੈ ਉਹ ਉੱਥੇ ਕਿਤੇ ਨਾ ਕਿਤੇ ਨੱਥ ਪਾਉਂਦੀ ਹੋਈ ਵੀ ਨਜ਼ਰ ਆਈ ਹੈ। ਡੇਰਾ ਪ੍ਰੇਮੀਆਂ ਦੀਆਂ ਵੋਟਾਂ ਸਿੱਖ ਪੰਥ ਦੇ ਨਾਲੋਂ ਜ਼ਿਆਦਾ ਤਰਜੀਹ ਦਿੱਤੀ ਗਈ, ਉਹ ਜ਼ਿਆਦਾ ਅਹਿਮ ਮੰਨੀਆਂ ਗਈਆਂ, ਜਿਹਦੇ ਕਰਕੇ ਉਹਨਾਂ ਨੇ ਇਹ ਸਾਰਾ ਕੁਝ ਕੀਤਾ। ਸੁਖਬੀਰ ਬਾਦਲ ਟਾਰਾ ਮਾਰਦਾ ਕਹਿੰਦਾ 25 ਸਾਲ ਰਾਜ ਦੇਣਾ, ਮੈਂ 25 ਸਾਲ ਰਾਜ ਕਰਨਾ। ਹੁਣ ਗਾਹਾਂ ਨੂੰ 25 ਸਾਲ ਕੀ ਸੋਚੀ ਪਏ ਆ। ਜਿਹੜਾ ਹੁਣ ਆਪਣੇ ਇਹਨਾਂ ਨੇ ਜ਼ਿਮੀਂਦਾਰਾਂ ਦੇ ਪੈਠ ਛੁਰਾ ਮਾਰਿਆ, ਜਿਹੜਾ ਸਾਈਨ ਤੇ ਉਥੇ ਬਿੱਲ ਤੇ ਸਾਈਨ ਕੀਤੇ ਆ, ਤੇ ਹੁਣ ਵੀ ਜੇਕਰ ਆਪਣੇ ਪੰਜਾਬੀ ਇੰਨੇ ਆ ਜਾਂ ਜ਼ਿਮੀਂਦਾਰ ਸਾਰਿਆਂ ਨੂੰ ਦੀਦਾ ਨਹੀਂ ਹੈ ਤਾਂ ਫਿਰ ਏਦਾਂ ਹੀ ਕੰਮ ਚੱਲੀ ਜਾਣਾ ਤੇ ਏਦਾਂ ਹੀ ਹੋਈ ਜਾਣਾ। ਡੇਰਾਬਾਦ ਨੇ ਸਾਡਾ ਪੰਜਾਬ ਬਰਬਾਦ ਕੀਤਾ। ਸੌਦਾ ਸਾਧ ਨੇ ਕਿਹਾ ਸੀ ਕਿ 30 ਲੱਖ ਵੋਟਾਂ ਨੇ ਮੇਰੀਆਂ ਦਿੱਲੀ ਦੇ ਵਿੱਚ, ਉਹ ਕਿੰਨੀਆਂ ਕਿ ਇਹਨਾਂ ਨੂੰ ਮਿਲੀਆਂ ਸੀਗੀਆਂ ਸਭ ਦੇ ਸਾਹਮਣੇ ਹੈ। ਇੱਕ ਪਾਸੇ ਦਾ ਮੋਦੀ ਸਾਹਿਬ ਕਹਿੰਦੇ ਨੇ ਕਿ ਇੱਕ ਕਾਨੂੰਨ, ਇੱਕ ਫਲਾਨਾ, ਇੱਕ ਢਿਮਕਾ, ਸਾਰਾ ਕੁਝ ਇੱਕ, ਪਰ ਜਦੋਂ ਤੁਸੀਂ ਦੂਜੇ ਰਾਜਾਂ ਦੇ ਵਿੱਚ ਨੌਕਰੀ ਪ੍ਰਾਪਤ ਕਰਨ ਵਾਸਤੇ ਜਾਂਦੇ ਹੋ ਤੁਹਾਨੂੰ ਕਿੰਨੀਆਂ ਕੁ ਮਿਲਦੀਆਂ ਹੈਗੀਆਂ ਨੇ। ਜਦੋਂ ਕਾਂਗਰਸ ਨੂੰ ਵੋਟਾਂ ਪਾਈਆਂ ਡੇਰਾ ਪ੍ਰੇਮੀਆਂ ਨੇ ਤਾਂ ਉਹਨਾਂ ਦੇ ਖਿਲਾਫ ਇੱਕ ਹੁਕਮਨਾਮਾ ਜਾਰੀ ਕਰਾ ਦਿੱਤਾ ਗਿਆ, ਜਿਹਦਾ ਖਿਮਿਆਜਾ ਅੱਜ ਤੱਕ ਅਕਾਲੀ ਆਪ ਹੀ ਭੁਗਤ ਰਹੇ ਨੇ। ਹੁਣੇ ਉਹਨਾਂ ਦਾ ਇੱਕ ਵੱਡਾ ਬਿਆਨ ਆਇਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਮਾੜੇ ਹਸ਼ਰ ਦੇ ਲਈ ਸੁਖਬੀਰ ਬਾਦਲ ਹੀ ਨਹੀਂ ਬਲਕਿ ਵੱਡਾ ਬਾਦਲ ਵੀ ਜ਼ਿੰਮੇਵਾਰ। ਹੁਣ ਕਹਿੰਦੇ ਛਠ ਪੂਜਾ ਤੱਕ ਸਾਰਿਆਂ ਨੂੰ ਜਿਹੜਾ ਹੈਗਾ ਉਹ ਇਨਾਜ ਮਿਲੇਗਾ। ਛਠ ਪੂਜਾ ਹੁਣ ਕਿਵੇਂ ਯਾਦ ਆ ਗਈ? ਛਠ ਪੂਜਾ ਸਭ ਤੋਂ ਵੱਧ ਬਿਹਾਰ ਦੇ ਲੋਕ ਮਨਾਉਂਦੇ ਨੇ ਤੇ ਬਿਹਾਰ ਦੇ ਵਿੱਚ ਵੋਟਾਂ ਆ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ। ਬਹੁਤ ਸਾਰੇ ਜਿਹੜੇ ਸਾਡੇ ਮਹਿਕਮੇ ਬਣੇ ਹੋਏ ਨੇ ਉਹਨਾਂ ਦਾ ਵੀ ਹੱਕ ਬਣਦਾ ਇਹਨਾਂ ਚੀਜ਼ਾਂ ਤੇ ਗੌਰ ਕਰਨ ਦਾ। ਜੇ ਹੜ੍ਹ ਆ ਜਾਂਦੇ ਨੇ ਤਾਂ ਉਹਨਾਂ ਦੀ ਸਥਿਤੀ ਦੇ ਨਾਲ ਵੀ ਨਜਿੱਠਿਆ ਜਾ ਸਕਦਾ, ਜੇ ਕਰੋਨਾ ਵਰਗੀਆਂ ਭਿਆਨਕ ਬਿਮਾਰੀਆਂ ਨੇ ਤਾਂ ਉਹਨਾਂ ਦੀ ਸਥਿਤੀ ਨਾਲ ਵੀ ਨਜਿੱਠਿਆ ਜਾ ਸਕਦਾ ਹੈ, ਪਰ ਸਾਡੀਆਂ ਸਰਕਾਰਾਂ ਨਹੀਂ ਜਿਹੜੇ। ਇਸ ਕੌਰ ਦਾ ਪੈਸਾ ਚੋਰੀ ਹੋਇਆ ਸੀ ਤੇ ਇਹਨਾਂ ਨੇ 24 ਘੰਟੇ 'ਚ ਬੰਦਾ ਜਾ ਕੇ ਬਿਹਾਰ ਤੋਂ ਫੜ ਲਿਆਂਦਾ ਸੀ, ਤੇ ਸਾਡੇ ਗੁਰੂ ਦੀ ਬੇਅਦਬੀ ਹੋਈ ਤੇ ਸਾਰਾ ਕੁਝ ਪੰਜਾਬ ਦੇ ਵਿੱਚ ਹੋਈ ਹੈ, ਕਿਤੇ ਬਾਹਰ ਨਹੀਂ ਹੋਈ, ਤੇ ਅਸੀਂ ਉਹ ਤੇ ਹੀ ਸਿਆਸਤ ਕਰ ਰਹੇ ਹਾਂ। ਜਿਹੜਾ ਮਾਲਵਾ ਬੈਲਟ ਹੈ ਨਾ, ਉਹਦੇ ਵਿੱਚ ਡੇਰੇ ਤੋਂ ਬਿਨਾਂ ਕੋਈ ਜਿੱਤ ਨਹੀਂ ਸਕਦਾ, ਡੇਰੇ ਨੂੰ ਛੱਡ ਨਹੀਂ ਸਕਦਾ ਕੋਈ ਵੀ, ਜਿੰਨਾ ਮਰਜ਼ੀ ਕਹੀ ਜਾਣ। ਜਿਹੜਾ 12.5 ਕਰੋੜ ਜਾਂ 13 ਕਰੋੜ ਰੁਪਇਆ ਇੱਕ ਟੈਂਟ ਤੇ ਲਾਤਾ, ਇਹ ਸਾਰੇ ਦਾ ਸਾਰਾ ਪੈਸਾ ਪ੍ਰਚਾਰ ਤੇ ਲੱਗਿਆ ਹੁੰਦਾ। ਐਫਡੀਆਂ ਤੁਸੀਂ ਤੜਵਾ ਲੀਆਂ, ਥਾਂ ਥਾਂ ਦੇ ਉੱਤੇ ਘਪਲੇ ਹੋ ਰਹੇ ਨੇ ਲਗਾਤਾਰ। ਸਬਜ਼ੀਆਂ ਦੇ ਬਿੱਲ ਤੁਸੀਂ ਦੇਖੋ, ਅਸੀਂ ਲੋਕ ਜਦੋਂ ਜਾਂਦੇ ਆ ਸ਼ਰਧਾ ਨਾਲ ਜਾਂਦੇ ਆ, ਸਾਡਾ ਸਿਰ ਝੁਕਦਾ ਹੈ, ਪਰ ਇਹਨਾਂ ਲੋਕਾਂ ਨੇ ਉਹ ਸਥਾਨ ਵੀ ਵਪਾਰਕ ਬਣਾ ਲਏ ਨੇ। ਇਹ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਜਿਹੜੀ ਲੁੱਟਣਾ ਸੀ ਕਰਨਾ ਸੀ ਉਹਦੇ ਲਈ ਇਹਨਾਂ ਨੇ ਕੰਮ ਕੀਤਾ ਆ। ਦੇਖ ਲਓ ਵੀ ਹੁਣ ਨਾ ਤਾਂ ਗੁਰਦੁਆਰਿਆਂ ਦੀ ਵੋਟਾਂ ਪੈਂਦੀਆਂ, ਹੁਣ ਉਦਾਂ ਹੀ ਆ ਉਹਦੇ ਵਿੱਚ ਲੁੱਟ ਖਸੁੱਟ ਲਗਾਤਾਰ ਚੱਲ ਰਹੀ ਆ। ਹੁਣ ਇਹਨਾਂ ਦੇ 400-500 ਬੰਦਾ ਫਸਾਉਣਾ ਹੁੰਦਾ, ਬਾਅਦ ਚ ਅੱਡ ਵੀ ਕੈਪਟਨ ਨੇ ਇੰਨੀ ਦੁਨੀਆ ਫਸਾਤੀ, ਫਿਰ ਲਿਸਟਾਂ ਬਣਾਈ ਹੋਏ ਨੇ। ਇਹ ਮੇਰਾ 1.5 ਸਾਲ ਦੇ ਵਿੱਚ ਪੰਜਾਬ 'ਚ ਬਾਹਰ ਬੰਦਾ ਰਹਿ ਹੀ ਕੋਈ ਨਹੀਂ ਜਾਣਾ, ਸਾਰਿਆਂ ਦੇ ਪਰਚੇ ਹੋ ਜਾਣੇ। ਜਿਹੜੇ ਸਾਡੇ ਹੁਕਮਰਾਨ ਬੈਠੇ ਨੇ ਸੁੱਤੇ ਪਏ ਨੇ, ਇਹਨਾਂ ਨੂੰ ਦਿਖਦਾ ਨਹੀਂ। ਅੱਜ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਰੇ ਜਿਹੜੇ ਸੇਵਾ ਮੁਕਤ ਅਧਿਕਾਰੀ ਆ ਉਹ ਨਜ਼ਰ ਆ ਰਹੇ ਨੇ। ਇਹਨਾਂ ਸਾਡੇ ਹੁਕਮਰਾਨਾਂ ਨੇ ਮਿਲ ਕੇ ਇਸ ਪੰਜਾਬ ਨੂੰ ਲੁੱਟਿਆ, ਪੰਜਾਬ ਨੂੰ ਕੁੱਟਿਆ, ਪੰਜਾਬ ਨੂੰ ਬਰਬਾਦ ਕੀਤਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ ਤੇ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਉਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹੈ ਜੀ ਲਾਈਵ। ਅਸੀਂ ਲੈ ਕੇ ਆਉਂਦੇ ਹਾਂ ਕੁਝ ਉਹ ਖਬਰਾਂ ਜਿਹੜੀਆਂ ਕਿ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਤੁਹਾਡੇ ਲਈ, ਸਾਡੇ ਲਈ, ਸਾਡੇ ਸਮਾਜ ਦੇ ਲਈ। ਲੈ ਜਾਂਦੇ ਨੇ ਕੁਝ ਰਾਜਨੀਤਿਕ ਧਾਰਮਿਕ ਮੁੱਦੇ ਜਿਨ੍ਹਾਂ ਤੇ ਗੱਲ ਕਰਨੀ ਬਣਦੀ ਹੁੰਦੀ ਹੈ। ਕੁਝ ਸਮਾਜਿਕ ਮੁੱਦੇ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ ਤੇ ਉਹਨਾਂ ਹੀ ਟੌਪਿਕਸ ਤੇ ਤੁਸੀਂ ਵੀ ਬਣਾਉਂਦੇ ਹੋ ਸਾਡੇ ਨਾਲ ਰਾਬਤਾ ਤੇ ਆਪਣਾ ਪੱਖ ਉਸ ਖਬਰ ਦੇ ਮੁਤਾਬਿਕ ਸਾਡੇ ਨਾਲ ਰੱਖਦੇ ਹੋ। ਸੋ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਨੰਬਰ ਨੇ ਜਿਹੜੇ ਸਕਰੀਨ ਤੇ ਲਗਾਤਾਰ ਫਲੈਸ਼ ਹੋ ਰਹੇ ਨੇ, ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ ਸਾਡੇ ਨਾਲ ਡਾਇਰੈਕਟ ਰਾਬਤਾ ਜਿਹੜਾ ਉਹ ਬਣਾ ਸਕਦੇ ਹੋ। ਸੋ ਅੱਜ ਦੀਆਂ ਖਬਰਾਂ ਨੂੰ ਲੈ ਕੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜਸਪਾਲ ਸਿੰਘ ਢਿੱਲੋਂ। ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਜਸਪਾਲ ਜੀ ਸਵਾਗਤ ਹੈ। ਮਿਹਰਬਾਨੀ ਜੀ। ਤੇ ਮੈਂ ਅਕਸਰ ਤੁਹਾਨੂੰ ਦੱਸਦੀ ਹਾਂ ਕਿ ਸਾਡੇ ਉਹ ਪੱਤਰਕਾਰ ਨੇ ਜਿਹੜੇ ਹਰ ਖਬਰ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰਦੇ ਨੇ। ਹਰੇਕ ਅੰਕੜਾ, ਖਬਰ ਦੀ ਸਟਾਰਟਿੰਗ, ਕਿੱਥੋਂ ਕੀ ਹੋਇਆ ਸੀ,
ਇਸ ਚੀਜ਼ ਨੂੰ ਲੈ ਕੇ ਤੁਹਾਡੇ ਰੂਬਰੂ ਹੁੰਦੇ ਨੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਤੁਸੀਂ ਵੀ ਆਪਣੇ ਜਿਹੜੇ ਟੈਲੀਵਿਜ਼ਨ ਦੇ ਅੱਗੇ ਆ ਕੇ ਬੈਠ ਕੇ ਹੋ, ਜਿਹੜੇ YouTube ਤੇ Facebook ਤੇ ਵੇਖ ਰਹੇ ਹੋ, ਉਹ ਵੀ ਸਾਡੇ ਨਾਲ ਆਪਣਾ ਰਾਬਤਾ ਲਗਾਤਾਰ ਬਣਾਈ ਰੱਖਿਓ, ਕਿਉਂਕਿ ਅੱਜ ਦੇ ਜਿਹੜੇ ਟੌਪਿਕ ਨੇ ਉਹ ਬੜੇ ਅਹਿਮ ਰਹਿਣਗੇ। ਕਿਉਂਕਿ ਇਹਨਾਂ ਟੌਪਿਕਸ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਗੱਲ ਕਰਾਂਗੇ ਬੇਅਦਬੀ ਤੇ ਕੋਟਕਪੂਰਾ ਗੋਲੀकांड ਬਾਰੇ, ਤੇ ਨਾਲ ਗੱਲ ਹੋਏਗੀ ਅਕਾਲੀ ਦਲ ਬਾਰੇ, ਨਾਲ ਗੱਲ ਹੋਏਗੀ ਢੀਂਡਸਾ ਫੈਮਿਲੀ ਬਾਰੇ, ਤੇ ਹੋਰ ਵੀ ਬਹੁਤ ਜਿਹੜੀਆਂ ਖਬਰਾਂ ਨੇ ਉਹ ਅੱਜ ਦੀਆਂ ਅਹਿਮ ਰਹਿਣਗੀਆਂ। ਸੋ ਸ਼ੁਰੂਆਤੀ ਦੌਰ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਬੇਅਦਬੀ ਕਾਂਡ ਬਾਰੇ ਜਿਹੜੀ ਗੱਲ ਹੋਏਗੀ ਕਿ 2015 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਉਸ ਤੋਂ ਬਾਅਦ ਸਿੱਖਾਂ ਨੇ ਸ਼ਾਂਤਮਈ ਢੰਗ ਦੇ ਨਾਲ ਧਰਨੇ ਲਾਏ। ਉੱਥੇ ਵੀ ਉਹਨਾਂ ਨੂੰ ਸ਼ਾਂਤਮਈ ਢੰਗ ਦੇ ਨਾਲ ਆਪਣੀ ਗੱਲ ਹੈ ਜਿਹੜੀ ਉਹ ਕਹਿਣ ਦਾ ਮੌਕਾ ਨਹੀਂ ਦਿੱਤਾ ਗਿਆ। ਉੱਥੋਂ ਦੀਆਂ ਸਰਕਾਰਾਂ ਨੇ ਕਹਿ ਲਈਏ, ਉੱਥੋਂ ਦੇ ਪ੍ਰਸ਼ਾਸਨ ਨੇ ਕਹਿ ਲਈਏ, ਜਿਨ੍ਹਾਂ ਨੂੰ ਸ਼ਾਂਤਮਈ ਧਰਨਾ ਹਜ਼ਮ ਨਹੀਂ ਆਇਆ, ਉੱਥੇ ਵੀ ਗੋਲੀ ਚੱਲ ਗਈ ਤੇ 2 ਸਿੱਖ ਨੇ ਜਿਹੜੇ ਉਹਨਾਂ ਦੀ ਮੌਤ ਹੋ ਗਈ। ਸੋ ਉਹਨਾਂ ਦੇ ਬਾਬਤ ਹਲੇ ਵੀ ਜਿਹੜੀ ਜਾਂਚ ਹੈ ਉਹ ਚੱਲ ਰਹੀ ਹੈ, ਪਰ ਜਾਂਚ ਜਿਹੜੀ ਹੈਗੀ ਆ ਕਿ ਉਹਨਾਂ ਨੇ ਥੋੜੀ ਤੇਜ਼ੀ ਫੜ ਰਹੀ ਹੈ। ਭਾਵੇਂ ਕਿ ਅਸੀਂ ਕਹਿ ਦਿੰਦੇ ਹਾਂ ਵੀ ਜਦੋਂ ਜਾਂਚ ਤੇਜ਼ੀ ਫੜ ਲੈਂਦੀ ਹੈ ਤਾਂ ਕੋਈ ਨਾ ਕੋਈ ਕਾਰਨ ਐਸਾ ਬਣ ਜਾਂਦਾ ਕਿ ਉਸ ਜਾਂਚ ਨੂੰ ਵਿਚਕਾਰ ਹੀ ਠੱਪ ਦਿੱਤਾ ਜਾਂਦਾ, ਜਾਂ ਤਾਂ ਕੋਈ ਅਧਿਕਾਰੀ ਬਦਲ ਦਿੱਤਾ ਜਾਂਦਾ ਹੈ ਜਾਂ ਫਿਰ ਕੋਈ ਵੱਡੀ ਜਿਹੜੀ ਰਾਜਸੀ ਤਾਕਤ ਹੁੰਦੀ ਆ ਉਹ ਉੱਥੇ ਕਿਤੇ ਨਾ ਕਿਤੇ ਨੱਥ ਪਾਉਂਦੀ ਹੋਈ ਵੀ ਨਜ਼ਰ ਆਈ ਹੈ ਕਈ ਮਾਮਲੇ ਦੇ ਵਿੱਚ। ਸੋ ਹੁਣ ਜਿਹੜੀ ਤਾਜ਼ਾ 2-3 ਦਿਨਾਂ ਦੀ ਗੱਲ ਆ ਉਹ ਇਹ ਹੈ ਕਿ ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ 7 ਜਾਣਿਆਂ ਨੂੰ, ਤਾਂ ਉਹਨਾਂ ਦੇ ਵਿੱਚੋਂ 2 ਨੇ ਜਿਹੜੇ ਉਹ ਪਹਿਲਾਂ ਹੀ ਜ਼ਮਾਨਤ ਤੇ ਚੱਲ ਰਹੇ ਨੇ, ਤੇ ਹੁਣ ਜਿਹੜੇ 5 ਜਾਣੇ ਨੇ ਉਹਨਾਂ ਨੂੰ ਉਸ ਏਰੀਆ ਦੇ ਵਿੱਚ ਜਾਂਚ ਪੜਤਾਲ ਦੇ ਲਈ ਵਾਪਸ ਲੈ ਕੇ ਜਾਇਆ ਗਿਆ, ਜਿੱਥੋਂ ਕਿ ਸ਼ੁਰੂਆਤ ਹੋਈ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਣ ਦੀ। ਕਿ ਕਿਸ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਗਿਆ ਜਾਂ ਕੀ ਸੀ, ਉਹ ਸਾਰੀ ਵਿਸਤਾਰ ਨਾਲ ਸਮਝਾਉਣਗੇ ਢਿੱਲੋਂ ਸਾਹਿਬ, ਤੇ ਆਪਾਂ ਇਹਨਾਂ ਦੇ ਵੱਲ ਰੁਕ ਕਰਦੇ ਹਾਂ। ਢਿੱਲੋਂ ਸਾਹਿਬ, ਕੀ ਸੀ ਆਖਿਰ ਪੂਰਾ ਮਾਮਲਾ? ਇਹ ਬਹੁਤ ਗੰਭੀਰ ਮਾਮਲਾ ਹੈ, ਜਿਸ ਮਾਮਲੇ ਨੂੰ ਸਰਕਾਰਾਂ ਨੇ ਉਸ ਸੰਜੀਦਗੀ ਦੇ ਨਾਲ ਨਹੀਂ ਲਿਆ ਜਿਸ ਸੰਜੀਦਗੀ ਨਾਲ ਲੈਣਾ ਚਾਹੀਦਾ ਸੀ ਜੀ। ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਇਹ ਮਾਮਲਾ ਜੂਨ 2015 ਦੇ ਵਿੱਚ ਵਾਪਰਿਆ, ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਚੋਰੀ ਕੀਤਾ ਗਿਆ। ਉਸ ਵੇਲੇ ਦੀ ਸਰਕਾਰ ਨੇ ਇਹਦੇ ਤੇ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ। ਇਹੋ ਕਾਰਨ ਹੈ ਕਿ ਉਹ ਸਰਕਾਰ ਦਾ ਹਸ਼ਰ ਇਹ ਹੋਇਆ ਕਿ ਅੱਜ ਵਿਧਾਨ ਸਭਾ ਦੇ ਵਿੱਚ ਉਹ ਵਿਰੋਧੀ ਧਿਰ 'ਚ ਵੀ ਨਹੀਂ ਬੈਠੇ, ਵਿਰੋਧੀ ਧਿਰ ਤੋਂ ਵੀ ਪਿਛਲੇ ਬੈਂਚ ਦੇ ਉੱਤੇ ਸੁਸ਼ੋਭਿਤ ਨੇ। ਇਸ ਕਰਕੇ ਇਹ ਬਹੁਤ ਅਹਿਮ ਸੀ। ਉਹਨਾਂ ਨੇ ਬੁੱਤਾ ਸਾਰਨ ਵਾਸਤੇ ਇੱਕ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾ ਦਿੱਤਾ, ਰਿਟਾਇਰਡ ਹਾਈ ਕੋਰਟ ਦੇ ਜੱਜ ਸਨ ਜੀ। ਉਹ ਜਦੋਂ ਕਮਿਸ਼ਨ ਬਿਠਾਇਆ ਗਿਆ, ਉਹ ਕਮਿਸ਼ਨ ਨੇ ਆਪਣੀਆਂ ਜਿਹੜੀਆਂ ਲੱਭਤਾਂ ਸੀ ਉਹ ਲੱਭੀਆਂ, ਕਾਫੀ ਕੁਝ ਉਹ ਵੀ ਨੇੜੇ ਚਲੇ ਗਏ ਸੀ, ਲੇਕਿਨ ਉਹਨਾਂ ਦੀ ਜੋ ਤੋਹੀਨ ਕੀਤੀ ਗਈ, ਉਹਨਾਂ ਤੋਂ ਰਿਪੋਰਟ ਫੜਨ ਵਾਸਤੇ ਨਾ ਤਾਂ ਕੋਈ ਮੰਤਰੀ, ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਜਾਂ ਕੋਈ ਸੀਨੀਅਰ ਅਧਿਕਾਰੀ ਸਾਹਮਣੇ ਆਇਆ, ਸਗੋਂ ਉਹ ਹਾਈ ਕੋਰਟ ਦੇ ਉਹ ਸਿਵਲ ਸਕੱਤਰੇਤ ਦੇ ਵਿੱਚ ਚੰਡੀਗੜ੍ਹ ਇੱਕ ਕਲਰਕ ਪੱਧਰ ਦੇ ਕਰਮਚਾਰੀ ਨੂੰ ਉਹ ਰਿਪੋਰਟ ਸੌਂਪ ਕੇ ਆ ਗਏ। ਸਾਰਾ ਦਿਨ ਪਹਿਲਾਂ ਉੱਥੇ ਬੈਠੇ ਰਹੇ। ਭਾਵ ਉਸ ਵੇਲੇ ਦੀ ਹਕੂਮਤ ਨੂੰ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਸਿੱਖ ਪੰਥ ਦੇ ਨਾਲੋਂ ਜ਼ਿਆਦਾ ਤਰਜੀਹ ਦਿੱਤੀ ਗਈ, ਉਹ ਜ਼ਿਆਦਾ ਅਹਿਮ ਮੰਨੀਆਂ ਗਈਆਂ, ਜਿਹਦੇ ਕਰਕੇ ਉਹਨਾਂ ਨੇ ਇਹ ਸਾਰਾ ਕੁਝ ਕੀਤਾ। ਕਈ ਵਾਰ ਮੈਂ ਸਮਝਦਾ ਕਿ ਇਹ ਜਿਹੜੇ ਵੱਡੇ ਘਾਗ ਆਗੂ ਆਪਣੇ ਆਪ ਨੂੰ ਕਹਾਉਂਦੇ ਸੀ, ਆਪ ਦੇ ਮੱਕੜੀ ਜਾਲ ਵਿੱਚ ਆਪ ਹੀ ਉਲਝੇ। ਇਹਨਾਂ ਨੇ 2007 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਮਾਲਵਾ ਖੇਤਰ ਦੇ ਵਿੱਚੋਂ ਤਕਰੀਬਨ 66 ਸੀਟਾਂ ਚੋਂ 39 ਸੀਟਾਂ ਲੈ ਕੇ ਵਿਧਾਨ ਸਭਾ ਦੇ ਵਿੱਚ ਆਉਂਦੇ ਨੇ, ਪਰ ਭਾਵੇਂ ਸਰਕਾਰ ਉਹਨਾਂ ਦੀ ਨਹੀਂ ਬਣੀ, ਪਰ ਮਾਲਵਾ ਖੇਤਰ ਜਿਹਨੂੰ ਅਕਾਲੀ ਦਲ ਸਭ ਤੋਂ ਵੱਧ ਆਪਣਾ ਖੇਤਰ ਸਮਝਦਾ, ਉਹਦੇ ਤੇ ਵੱਡੀ ਸੰਨ ਮਾਰ ਜਾਣੀ ਤਾਂ ਅਕਾਲੀ ਦਲ ਵਾਸਤੇ ਬਹੁਤ ਵੱਡੀ ਪੱਧਰ ਤੇ ਮਤਲਬ ਸਾਹਮਣੇ ਆਇਆ ਕਿ ਇਹ ਕਿਉਂ ਅਸੀਂ ਇੱਥੇ ਘਟੇ ਹਾਂ ਜੀ। ਜਿਸ ਵੇਲੇ ਇਹ ਲੋਕ ਅਕਾਲੀ ਦਲ ਵਾਲੇ ਫਸਦੇ ਆ, ਫਿਰ ਉਸ ਵੇਲੇ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਵਰਤੋਂ ਕਰਦੇ ਆ। ਇਹਨਾਂ ਨੇ 2007 ਦੇ ਵਿੱਚ ਇੱਕ ਹੁਕਮਨਾਮਾ ਜਾਰੀ ਕਰਾਇਆ ਕਿ ਡੇਰਾ ਪ੍ਰੇਮੀਆਂ ਦੇ ਨਾਲ ਸਾਡਾ ਰੋਟੀ ਬੇਟੀ ਦੀ ਕੋਈ ਸਾਂਝ ਨਹੀਂ, ਭਾਵ ਹਰ ਤਰ੍ਹਾਂ ਦੀ ਸਾਂਝ ਅਸੀਂ ਤੋੜ ਲਈ ਹੈ। ਤੁਹਾਨੂੰ ਯਾਦ ਹੋਣਾ ਹੈ ਕਿ 1978 ਦੇ ਵਿੱਚ ਵੀ ਜਦੋਂ ਨਿਰੰਕਾਰੀ ਕਾਂਡ ਵਾਪਰਿਆ ਸੀ, ਤਾਂ ਨਿਰੰਕਾਰੀ ਕਾਂਡ ਵਾਪਰਨ ਦੇ ਵੇਲੇ ਉਸ ਵੇਲੇ ਵੀ ਅਕਾਲੀਆਂ ਨੇ ਇੱਕ ਹੁਕਮਨਾਮਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਜਾਰੀ ਕਰਾਇਆ ਕਿ ਨਿਰੰਕਾਰੀਆਂ ਨਾਲ ਅਸੀਂ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। ਭੁੱਲ ਗਏ 1998 ਦੇ ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਲੜੀਆਂ ਜਾ ਰਹੀਆਂ ਸਨ ਤੇ ਪਟਿਆਲੇ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਉਹ ਚੋਣ ਲੜੀ। ਉਹਨਾਂ ਦਿਨਾਂ ਦੇ ਵਿੱਚ ਸਾਨੂੰ ਯਾਦ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਨਿਰੰਕਾਰੀ
ਭਵਨ ਗਏ ਪਟਿਆਲੇ ਦੇ ਵਿੱਚ, ਉਹ ਵਿਵਾਦ ਉੱਠਿਆ। ਉਸ ਵੇਲੇ ਦੇ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਕਚਹਿਰੀਆਂ ਦੇ ਸਾਹਮਣੇ, ਉਦੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵੀ ਇੱਥੇ ਹੁੰਦਾ ਸੀ, ਉੱਥੇ ਇੱਕ ਧਰਨਾ ਦਿੱਤਾ ਗਿਆ ਸੀ ਕਾਂਗਰਸੀਆਂ ਵੱਲੋਂ। ਉਹਦੇ ਵਿੱਚ ਇੱਕ ਮਾਮਲਾ ਉਠਾਇਆ ਗਿਆ ਕਿ ਜੇ ਇੱਕ ਪਾਸੇ ਤੁਸੀਂ ਉਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਤਿਆਗੀ ਬੈਠੇ ਹੋ, ਦੂਜੇ ਪਾਸੇ ਤੁਸੀਂ ਉਹਨਾਂ ਤੋਂ ਵੋਟਾਂ ਲੈਣ ਜਾਂਦੇ ਹੋ। ਇਸ ਮਾਮਲੇ ਦੇ ਵਿੱਚ ਜਥੇਦਾਰ ਟੌੜਾ ਬਹੁਤ ਵੱਡੀ ਪੱਧਰ ਤੇ ਘਿਰੇ। ਬਾਅਦ ਦੇ ਵਿੱਚ ਜੋ ਕੁਝ ਵਾਪਰਿਆ ਉਹ ਸਾਰਿਆਂ ਦੇ ਸਾਹਮਣੇ ਹੈ। ਇਸੇ ਤਰ੍ਹਾਂ 2007 ਦੇ ਵਿੱਚ ਜਦੋਂ ਇਹਨਾਂ ਨੇ ਹੁਕਮਨਾਮਾ ਜਾਰੀ ਕੀਤਾ, ਜੇ ਇਹ ਹੁਕਮਨਾਮਾ ਜਾਰੀ ਨਾ ਕੀਤਾ, ਦੇਖੋ ਸਿਆਸੀ ਲੋਕ ਨੇ ਕਿਤੇ ਵੀ ਜਾ ਸਕਦੇ ਨੇ, ਕੋਈ ਬੰਦਸ਼ ਨਹੀਂ ਹੁੰਦੀ, ਪਰ ਇਹਨਾਂ ਨੇ ਜਦੋਂ ਕਾਂਗਰਸ ਨੂੰ ਵੋਟਾਂ ਪਾਈਆਂ ਡੇਰਾ ਪ੍ਰੇਮੀਆਂ ਨੇ, ਤਾਂ ਉਹਨਾਂ ਦੇ ਖਿਲਾਫ ਇੱਕ ਹੁਕਮਨਾਮਾ ਜਾਰੀ ਕਰਾ ਦਿੱਤਾ ਗਿਆ, ਜਿਹਦਾ ਖਿਮਿਆਜਾ ਅੱਜ ਤੱਕ ਅਕਾਲੀ ਆਪ ਹੀ ਭੁਗਤ ਰਹੇ ਨੇ। ਉਸੇ ਦੇ ਵਿੱਚੋਂ ਜਦੋਂ ਉਹਨਾਂ ਨੂੰ ਮਤਲਬ ਇਹ ਕਹਿਤਾ ਕਿ ਅਸੀਂ ਤੁਹਾਡੇ ਨਾਲ ਸਾਂਝ ਨਹੀਂ ਰੱਖਣੀ, ਬਾਅਦ ਦੇ ਵਿੱਚ ਲੁਕਣ ਮਿੱਟੀ ਦੀ ਖੇਡ ਖੇਡਦੇ ਰਹੇ, ਉਹਨਾਂ ਕੋਲੇ ਵੋਟਾਂ ਲੈਣ ਜਾਂਦੇ ਰਹੇ। ਹੁਣ 2015 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਹੈ, ਬਾਅਦ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਸਾਡੇ ਕੋਲੇ ਤੁਹਾਡਾ ਗੁਰੂ ਲੈ ਲਓ, ਜੀ ਨੇ ਲੈਣਾ ਹੈਗਾ। ਸਾਨੂੰ ਚੁਣੌਤੀਆਂ ਦਿੱਤੀਆਂ ਗਈਆਂ। ਉਸ ਵੇਲੇ ਮਤਲਬ ਅਕਾਲੀਆਂ ਨੇ ਉਹ ਭੂਮਿਕਾ ਅਦਾ ਨਹੀਂ ਕੀਤੀ, ਹਾਲਾਂਕਿ ਸਰਕਾਰ ਦੇ ਵਿੱਚ ਬੈਠੇ ਸਨ, ਕਿਉਂਕਿ ਉਹਨਾਂ ਨੂੰ 2017 ਦੀ ਚੋਣ ਨਜ਼ਰ ਆ ਰਹੀ ਸੀ। 2017 ਦੀ ਚੋਣ ਦੇ ਵਿੱਚ, ਕਿਉਂਕਿ ਜਦੋਂ 2015 ਦੇ ਵਿੱਚ ਉਹਨਾਂ 2014 ਦੇ ਵਿੱਚ ਜਦੋਂ ਲੋਕ ਸਭਾ ਦੇ ਵਿੱਚ ਵੀ ਉਹਨਾਂ ਨੂੰ ਉਹ ਸਥਿਤੀ ਹਾਸਲ ਨਹੀਂ ਹੋਈ, ਉਹ ਰੁਤਬਾ ਨਹੀਂ ਮਿਲਿਆ ਜੋ ਮਿਲਣਾ ਚਾਹੀਦਾ ਸੀ। ਆਮ ਆਦਮੀ ਪਾਰਟੀ ਵੀ ਇੱਥੋਂ 4 ਸੀਟਾਂ ਜਿੱਤ ਕੇ ਤੇ ਕਈਆਂ ਦੇ ਉੱਤੇ ਦੂਜੇ ਨੰਬਰ ਤੇ ਆਏ, ਤਾਂ ਇਹਨਾਂ ਦਾ ਕਿਲਾ ਹਿਲਾ ਦਿੱਤਾ ਇੱਕ ਕਿਸਮ ਦੇ ਨਾਲ। ਜਦੋਂ ਇਹਨਾਂ ਦਾ ਕਿਲਾ ਹਿੱਲ ਗਿਆ ਤੇ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਫਿਰ ਇਹ ਸਿੱਖ ਵੋਟਾਂ ਨੂੰ ਛੱਡ ਕੇ ਜਿਹੜੀਆਂ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਵੱਲ ਨੂੰ ਗਏ। ਇਸੇ ਕਰਕੇ ਇਹਨਾਂ ਨੇ ਲਗਭਗ 2 ਸਾਲ ਇਸ ਤੇ ਕੱਖ ਨਾ ਕੀਤਾ। ਸਰਕਾਰ ਬਦਲੀ। ਸਰਕਾਰ ਬਦਲਣ ਤੋਂ ਬਾਅਦ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਇਸ ਨੂੰ ਜਾਂਚ ਕਰਾਵਾਂਗੇ, ਹਾਲਾਂਕਿ ਸਮਾਂ ਵੱਧ ਜਾਂਚ ਉਹਨਾਂ ਤੋਂ ਵੀ ਨਹੀਂ ਹੋਈ। ਹੁਣ ਜਾਂਚ ਜਦੋਂ ਵੱਧਦੀ ਅੱਗੇ ਗਈ ਹੈ, ਲੋਕਾਂ ਦੇ ਵਿੱਚ ਨਜ਼ਰ ਆ ਰਿਹਾ ਕਿ ਸ਼ਾਇਦ ਹੁਣ ਇਹ ਕਿਸੇ ਬੰਨੇ ਲੱਗੇਗੀ, ਕਿਉਂਕਿ ਜਿਹੜੇ ਉਹਦੇ ਇੰਚਾਰਜ ਨੇ ਸਿੱਟ ਦੇ ਕੁੰਵਰ ਵਿਜੇ ਪ੍ਰਤਾਪ, ਉਹਨਾਂ ਨੇ ਬਹੁਤ ਸਾਰੀਆਂ ਗ੍ਰਿਫਤਾਰੀਆਂ ਕਰਨ, ਪਹਿਲਾਂ ਵੀ ਇੱਕ ਵਾਰੀ ਗ੍ਰਿਫਤਾਰੀਆਂ ਤੇਜ਼ ਕੀਤੀਆਂ ਸੀ। ਲੋਕਾਂ ਨੂੰ ਲੱਗਦਾ ਸੀ ਕਿ ਇਹਨੂੰ ਜਲਦੀ, ਕਿਉਂਕਿ ਇਹ ਇੱਕ ਰਾਜਸੀ ਮੁੱਦਾ ਵੀ ਹੈ, ਸਰਕਾਰ ਵੀ ਚਾਹੁੰਦੀ ਹੈ ਕਿ ਇਸ ਨੂੰ ਖਿੱਚ ਕੇ 2021 ਦੇ ਅੱਧ ਤੱਕ ਲਿਜਾਇਆ ਜਾਵੇ। ਹਾਲਾਂਕਿ ਜਿਹੜੀ ਦੋਸ਼ ਪੱਤਰ ਦਾਖਲ ਹੋਇਆ, ਕੁਝ ਅਖਬਾਰਾਂ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਉਹਦੇ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਸੁਪੁੱਤਰ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਾਂ ਆਇਆ ਹੈਗਾ, ਜਦ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਚੰਡੀਗੜ੍ਹ ਦੇ ਵਿੱਚ, ਇਸ ਗੱਲ ਤੋਂ ਮੁੱਕਰ ਗਏ ਕਿ ਅਜੇ ਬਾਦਲਾਂ ਦਾ ਇਹਦੇ ਵਿੱਚ ਕੋਈ ਨਹੀਂ। ਲੋਕਾਂ ਦੇ ਵਿੱਚ ਇੱਕ ਜਾਂਦੀ ਹੈ ਕਿ ਕਿਤੇ ਨਾ ਕਿਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਬਾਦਲ ਪਰਿਵਾਰ ਨਾਲ ਆਪਣੀ ਜਾਰੀ ਪਕਾਉਣਾ ਚਾਹੁੰਦੇ ਨੇ, ਜਾਂ ਇਹ ਕਹਿ ਲਈਏ ਕਿ ਇਹਨੂੰ ਖਿੱਚ ਕੇ ਅਜੇ ਅੱਗੇ ਲੈ ਜਾਣਾ ਚਾਹੁੰਦੇ ਨੇ, ਤਾਂ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹਦਾ ਫਾਇਦਾ ਉਠਾਇਆ ਜਾ ਸਕੇ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਆ, ਕੁੱਲ 7 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 7 ਦੇ ਵਿੱਚੋਂ 2 ਬੰਦੇ ਆ, ਜਿਹੜਾ ਸ਼ਕਤੀ ਸਿੰਘ ਤੇ ਰਣਜੀਤ ਸਿੰਘ, ਇਹਨਾਂ ਦੀ ਜ਼ਮਾਨਤ ਹੋਈ ਹੈ ਪਹਿਲਾਂ ਹੀ, ਇਸ ਕਰਕੇ ਇਹਨਾਂ ਨੂੰ ਛੱਡ ਦਿੱਤਾ ਗਿਆ। ਬਾਕੀ ਜਿਹੜੇ 5 ਸੀ, ਨੀਲਾ ਤੇ ਉਹਦੇ ਨਾਲ ਦੇ ਸਾਥੀ, ਉਹਨਾਂ ਨੂੰ ਘਟਨਾ ਵਾਲੀ ਸਥਾਨ ਤੇ ਲਿਜਾਇਆ ਗਿਆ। ਇਹ ਨਵਦੀਪ ਇਸ ਤਰ੍ਹਾਂ ਹੁੰਦਾ, ਜਦੋਂ ਕਥਿਤ ਦੋਸ਼ੀ ਪੁਲਿਸ ਦੇ ਸਕੰਜੇ ਦੇ ਵਿੱਚ ਆ ਜਾਂਦੇ ਨੇ, ਤਾਂ ਪੁਲਿਸ ਮੌਕੇ ਤੇ ਜਾ ਕੇ ਦੁਬਾਰਾ ਸੀਨ ਕ੍ਰੀਏਟ ਕਰਨ ਦਾ ਯਤਨ ਕਰਦੀ ਹੈ ਵੀ ਦੱਸੋ ਤੁਸੀਂ ਕਿਵੇਂ ਇਹ ਘਟਨਾ ਨੂੰ ਅੰਜਾਮ ਦਿੱਤਾ। ਉਹਨਾਂ ਨੂੰ ਉੱਥੇ ਲਿਜਾ ਕੇ ਉਹ ਦੁਬਾਰਾ ਸੀਨ ਕ੍ਰੀਏਟ ਕਰਨ ਦਾ ਯਤਨ ਕੀਤਾ ਗਿਆ। ਕੱਲ ਹੀ ਮੈਂ ਸੁਣ ਰਿਹਾ ਸੀ ਜਿਹੜੇ ਇਹਨਾਂ ਦੇ DIG ਨੇ ਰਣਵੀਰ ਸਿੰਘ ਖੱਟੜਾ, ਜਿਹੜੇ ਇਹ ਕੇਸ ਦੀ ਜਾਂਚ ਕਰ ਰਹੇ ਨੇ, ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ, ਹੁਣ ਜੇ ਕੜੀਆਂ ਹੋਰ ਜੁੜਨਗੀਆਂ ਤਾਂ ਇਸ ਤੋਂ ਅੱਗੇ ਵੀ ਜਾਇਆ ਜਾਵੇਗਾ। ਇੱਕ ਆਸ ਜ਼ਰੂਰ ਵੱਜੀ ਹੈ ਕਿ ਜਿਵੇਂ ਇਹ ਤੇਜ਼ੀ ਫੜੀ ਹੈ ਇਸ ਕੇਸ ਨੇ, ਜੇ ਇਸੇ ਤਰ੍ਹਾਂ ਤੇਜ਼ੀ ਫੜਦੀ ਰਹੀ, ਇਹੀ ਰਫ਼ਤਾਰ ਇਸ ਜਾਂਚ ਦੀ ਰਹੀ, ਤਾਂ ਇਹ ਜਿਹੜਾ ਸਿੱਧਾ ਵੱਡੇ ਘਰ ਦੇ ਵੱਲ ਵੀ ਜਾਵੇਗੀ। ਉਹਦੇ ਵਿੱਚ ਜਿਹੜੇ ਉਸ ਵੇਲੇ ਦੇ ਆਗੂ ਸੀ ਉਹਨਾਂ ਤੇ ਵੀ ਕਾਰਵਾਈ ਹੋ ਸਕਦੀ ਹੈ। ਹੁਣ ਬੇਅਦਬੀ ਕਾਂਡ ਦੇ ਵਿੱਚ ਲੋਕਾਂ ਨੂੰ ਇਹ ਆਸ ਤਾਂ ਜ਼ਰੂਰ ਵੱਜੀ ਹੈ ਕਿ ਕੁਝ ਹੋਵੇਗਾ, ਕਦੋਂ ਹੋਵੇਗਾ। ਨਾਲ ਰਾਜਸੀ ਜਿਹੜਾ ਸਿਸਟਮ ਹੈ ਉਹ ਵੀ ਜੁੜਿਆ ਹੋਇਆ ਹੈਗਾ। ਉਹ ਰਾਜਸੀ ਸਿਸਟਮ ਕਰਕੇ ਅਜੇ ਮਤਲਬ ਜਿਹੜੇ ਵੋਟਾਂ ਦੇ ਜੋੜ ਘਟਾਓ ਨੇ ਉਹ ਸਾਰਿਆਂ ਨੇ ਦੇਖਣੇ ਨੇ। ਇਸ ਕਰਕੇ
ਇਸ ਜਾਂਚ ਦੇ ਵਿੱਚ ਹੁਣ ਕੀ ਹੁੰਦਾ ਹੈ ਆਉਣ ਵਾਲਾ ਸਮਾਂ ਦੱਸੇਗਾ। ਜੀ ਬਿਲਕੁਲ, ਤੇ ਆਉਣ ਵਾਲਾ ਸਮਾਂ ਹੀ ਦੱਸਾਂਗੇ, ਕਿਉਂਕਿ ਅਸੀਂ ਆਸ ਹੀ ਕਰ ਸਕਦੇ ਹਾਂ ਤੇ ਦੁਆ ਕਰਦੇ ਹਾਂ ਕਿ ਜਿਹੜੀ ਸਿੱਟ ਦੀ ਜਿਹੜੀ ਕੋਸ਼ਿਸ਼ ਹੈ ਉਹ ਉਸ ਨੂੰ ਪੂਰ ਪਵੇ ਤੇ ਜਲਦ ਤੋਂ ਜਲਦ ਜਿਹੜੇ ਵੀ ਦੋਸ਼ੀ ਨੇ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਨੇ ਜਿਹੜੀਆਂ ਉਹ ਮਿਲ ਸਕਣ। ਕਾਲਰ ਢਿੱਲੋਂ ਸਾਹਿਬ ਆਪਣੇ ਨਾਲ ਜੁੜ ਚੁੱਕੇ ਨੇ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਢਿੱਲੋਂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੈਲੋ ਢਿੱਲੋਂ ਜੀ, ਮੇਰੀ ਆਵਾਜ਼ ਆਉਂਦੀ? ਹਾਂਜੀ ਹਾਂਜੀ ਆ ਰਹੀ ਹੈ, ਤੁਸੀਂ ਗੱਲ ਕਰੋ। ਅੱਛਾ, ਗੱਲ ਇਹ ਆ, ਸਭ ਤੋਂ ਪਹਿਲਾਂ ਤੁਸੀਂ ਉਦਾਂ ਤਾਂ ਸਾਰੀ ਵਿਸਤਾਰ ਦੇ ਨਾਲ ਦੱਸ ਦਿੱਤਾ ਆ, ਪਰ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਪੰਜਾਬ ਦੇ ਸਾਰੇ ਪੰਜਾਬੀਆਂ ਨੂੰ, ਆਪਣੇ ਆਪ ਦੇਖ ਲਓ ਵੀ ਅਸੀਂ ਗੁਰੂ ਦੇ ਦਾਸ ਹੋ ਕੇ, ਬਾਦਲ ਸਾਹਿਬ ਨੇ ਕਿਹਾ ਵੀ ਸਾਡੇ ਪੰਥ ਦੇ ਨਾਂ ਤੇ ਅਸੀਂ ਵੋਟਾਂ ਲੈਣੀਆਂ। 2 ਵਾਰੀ ਤਾਂ ਬਾਦਲ ਸਾਹਿਬ ਪੰਥ ਦੇ ਨਾਂ ਤੇ ਵੋਟਾਂ ਲੈ ਕੇ ਜਿੱਤੇ ਆ, ਬਾਅਦ ਵਿੱਚ ਰਾਮ ਰਹੀਮ ਦੀਆਂ 2 ਵਾਰੀ ਵੋਟਾਂ ਲੈ ਕੇ ਜਿੱਤੇ, 4 ਵਾਰ ਹੋ ਗਿਆ। ਇਹਦੇ ਵਿੱਚ ਇਹਨਾਂ ਨੇ ਪਹਿਲਾਂ ਸਭ ਤੋਂ ਇਹ ਨਹੀਂ ਲੋਕਾਂ ਨੂੰ ਗੁੰਮਰਾਹ, ਜਿਹੜੇ ਸਾਡੇ ਪੰਜਾਬੀ ਹੋਏ ਆ ਆਪ ਪੰਥ ਦੀਆਂ ਵੋਟਾਂ ਲੈਂਦੇ ਆ। ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜੀ ਆਪਣੀ ਲੜਕੇ ਮੁੰਡੇ ਦਾ ਰਸਤਾ ਕਾਂਗਰਸੀਆਂ ਦੇ ਘਰੋਂ ਜਾ ਕੇ ਲਿਆਂਦੀ ਨੋ, ਤੇ ਆਪਣਾ ਮੁੰਡਾ ਨਾਲੇ ਕਾਂਗਰਸੀਆਂ ਦੇ ਘਰ ਆਪਣੀ ਕੁੜੀ ਵਿਆਹੀ ਆ। ਇਸ ਗੱਲ ਨੂੰ ਵਿਚਾਰ ਨਹੀਂ ਕੀਤਾ ਸਾਡੇ ਪੰਜਾਬੀਆਂ ਨੇ ਵੀ ਬਾਦਲ ਪੰਥ ਨਹੀਂ ਹੈ, ਬਾਦਲ ਪੰਥ ਦਾ ਚਹੇਤਾ ਨਹੀਂ ਹੈ। ਇਹ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਜਿਹੜੀ ਲੁੱਟਣਾ ਸੀ ਕਰਨਾ ਸੀ ਉਹਦੇ ਲਈ ਇਹਨਾਂ ਨੇ ਕੰਮ ਕੀਤਾ ਆ। ਦੇਖ ਲਓ ਵੀ ਹੁਣ ਨਾ ਤਾਂ ਗੁਰਦੁਆਰਿਆਂ ਦੀ ਵੋਟਾਂ ਪੈਂਦੀਆਂ, ਹੁਣ ਉਦਾਂ ਹੀ ਆ ਉਹਦੇ ਵਿੱਚ ਲੁੱਟ ਖਸੁੱਟ ਲਗਾਤਾਰ ਚੱਲ ਰਹੀ ਆ। ਇਹ ਲੁੱਟ ਉਨੀ ਦੇਰ ਚੱਲਣੀ ਆ ਜਿੰਨੀ ਦੇਰ ਤੱਕ ਇਹ ਪਰੇ ਨਹੀਂ ਹੁੰਦੇ। ਤਾਂ ਹੀ ਤੁਸੀਂ ਮੁੱਦਾ ਲਿਆਂਦਾ ਸੀ ਵੀ ਉਹ ਸਬਜ਼ੀਆਂ ਦੇ ਨਜਾਇਜ਼ ਬਿੱਲ ਬਣਾ ਦਿੱਤੇ ਆ ਤੇ ਲੁੱਟ ਲਿਆ। ਇਹ ਇਕੱਲਾ ਇਹਦੇ ਨਾਲ ਨਹੀਂ ਲੁੱਟਿਆ ਲਗਾਤਾਰ ਇਹਨਾਂ ਨੇ ਏਦਾਂ ਹੀ ਲੁੱਟਣਾ ਸਾਡੇ ਪੰਜਾਬੀਆਂ ਨੂੰ, ਜਿੰਨੀ ਦੇਰ ਤੱਕ ਅਕਲ ਨਹੀਂ ਆਊਗੀ, ਜਿੰਨੀ ਦੇਰ ਤੱਕ ਸੋਚਣਗੇ ਨਹੀਂ, ਏਦਾਂ ਹੀ ਹਾਲ ਹੋਣਾ ਬੁਰਾ। ਦੇਖੋ ਸੁਖਬੀਰ ਬਾਦਲ ਟਾਰਾ ਮਾਰਦਾ, ਕਹਿੰਦਾ 25 ਸਾਲ ਰਾਜ ਲੈਣਾ, ਮੈਂ 25 ਸਾਲ ਰਾਜ ਕਰਨਾ। ਹੁਣ ਗਾਹਾਂ ਨੂੰ 25 ਸਾਲ ਕੀ ਸੋਚੀ ਪਏ ਆ। ਜਿਹੜਾ ਹੁਣ ਆਪਣੇ ਇਹਨਾਂ ਨੇ ਜ਼ਿਮੀਂਦਾਰਾਂ ਦੇ ਪੈਠ ਛੁਰਾ ਮਾਰਿਆ, ਜਿਹੜਾ ਸਾਈਨ ਤੇ ਉੱਥੇ ਬਿੱਲ ਤੇ ਸਾਈਨ ਕੀਤੇ ਆ, ਤੇ ਹੁਣ ਵੀ ਜੇਕਰ ਆਪਣੇ ਪੰਜਾਬੀ ਇੰਨੇ ਆ ਜਾਂ ਜ਼ਿਮੀਂਦਾਰ ਸਾਰਿਆਂ ਨੂੰ ਦੀਦਾ ਨਹੀਂ ਹੈ ਤਾਂ ਫਿਰ ਏਦਾਂ ਹੀ ਕੰਮ ਚੱਲੀ ਜਾਣਾ ਤੇ ਏਦਾਂ ਹੀ ਹੋਈ ਜਾਣਾ। ਡੇਰਾਬਾਦ ਨੇ ਸਾਡਾ ਪੰਜਾਬ ਬਰਬਾਦ ਕੀਤਾ ਤੇ ਏਦਾਂ ਹੀ ਡੇਰਾਬਾਦ ਨੇ ਗਾਹਾਂ ਬਰਬਾਦ ਕਰਨਾ। ਇਹ ਡਿਪੈਂਡ ਹੋ ਗਿਆ ਉਹਨਾਂ ਦੇ ਸਿਰ ਤੇ ਵੋਟਾਂ, ਤਾਂ ਹੀ ਜਾ ਕੇ ਲਾਈਨ 'ਚ ਲੱਗੇ ਰਹਿੰਦੇ ਆ, ਬਾਬਿਆਂ ਦੇ ਪੈਰੀਂ ਹੱਥ ਲਾਉਂਦੇ ਆ ਜਾ ਕੇ। ਸੁਖਬੀਰ ਬਾਦਲ ਬਹਿੰਦਾ ਉੱਥੇ, ਬਾਦਲ ਸਾਹਿਬ ਬੈਠੇ ਆ, ਡੇਰੇ ਵਾਲੇ ਦੇ ਤਾਂ ਇਹ ਮੁੱਢ ਜਾ ਕੇ ਬਹਿੰਦੇ ਥੱਲੇ। ਇਹਨਾਂ ਨੇ ਸਿੱਖੀ ਦਾ ਘਾਣ ਕਰਤਾ। ਲੋਕਾਂ ਨੂੰ ਅਕਲ ਚਾਹੀਦੀ ਆ, ਜੇ ਚੰਗੀ ਅਕਲ ਕਰ ਲੈਣਾ ਠੀਕ ਆ, ਨਹੀਂ ਤਾਂ ਏਡੇ ਜੁੱਤੀਆਂ ਖਾਣੀਆਂ। ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਤੇ ਆਪਣੀ ਗੱਲ ਰੱਖੀ। ਤੇ ਅਗਲੇ ਕਾਲਰ ਵੀ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਜੀ, ਮੈਂ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਜਾਨ। ਅੱਜ ਗੱਲ ਇਹ ਵੀ ਇਹ ਦੁਨੀਆ ਦਾ ਜ਼ਿੰਦਗੀ, ਹਰ ਬੰਦਾ ਇਨਸਾਨ ਨੂੰ ਸਭ ਤੋਂ ਪਿਆਰੀ ਦੁਨੀਆ ਦੀ ਚੀਜ਼ ਹੈ ਗੁਰੂ ਗ੍ਰੰਥ ਸਾਹਿਬ। ਪਰ ਇਹ ਗੱਲ ਸੁਣੋ ਵੀ ਜਿਹੜੇ ਮੈਂ ਉਹਦੇ ਬਾਰੇ ਬੋਲ ਨਹੀਂ ਸਕਦਾ, ਜਿੰਦੇ ਬਾਰੇ ਆਪਾਂ ਨੂੰ ਇੱਜ਼ਤ ਮਿਲਦੀ ਉਹਨਾਂ ਦੇ ਆਪਾਂ ਦੱਸ ਇਹ ਆਪਾਂ ਵਿਰੋਧ ਨਹੀਂ ਕਰ ਸਕਦੇ। ਤੇ ਜਿਹੜੇ ਲੀਡਰ ਇਹੋ ਲੈਣੇ ਨੇ ਰਹਿਣੇ ਨੇ, ਭਾਵੇਂ 8 ਦਿਨ ਵੋਟ ਪਾ ਦਿਓ, ਹਫ਼ਤੇ ਬਾਅਦ ਵੋਟ ਪਾ ਦਿਓ, ਇਹੋ ਰਹਿਣੇ। ਕੋਈ ਪੈਸਾ ਹੀ ਉਹਨਾਂ ਕੋਲ, ਧਨ ਨਹੀਂ ਉਹਨਾਂ ਕੋਲ, ਲੁੱਟਿਆ ਹੀ ਉਹਨਾਂ ਕੋਲ। ਐਸ ਵੀ ਜੀ ਸੀ ਗੱਲ ਕਰਦੇ ਪਏ ਸੀ, ਭਾਵੇਂ ਹਫ਼ਤੇ ਬਾਅਦ ਵੋਟਾਂ ਪਾ ਦੇਣ। ਅਰਬਾਂ ਖਰਬਾਂ ਪਤੀ ਮੈਂ ਤਾਂ 5-10 ਸਾਲਾਂ ਦੇ ਵਿੱਚ 10-10 ਸਾਲਾਂ ਮੈਂਬਰ ਸ਼੍ਰੋਮਣੀ ਕਮੇਟੀ ਦਾ, ਅਰਬਾਂ ਖਰਬਾਂ ਪਤੀ 6-6 700 ਕਿੱਲਾ ਜ਼ਮੀਨਾਂ ਤੇ ਹਰ ਪਾਸੇ ਉਹਨਾਂ ਨੇ ਲੁੱਟ ਲਿਆ ਪੰਜਾਬ ਜੀ। ਹੁਣ ਤਾਂ ਉਹਨਾਂ ਕੋਲੇ ਪਤਾ ਤਰੱਕੀ ਕਰਦੇ ਰਹੇ, ਇਹਨਾਂ ਦੇ ਚਿੱਤਰ ਹੀ ਖਾਣੇ ਆ, ਕੱਖ ਨਹੀਂ ਕਰ ਸਕਦਾ ਕੋਈ ਵੀ। ਬਸ ਪੈਸੇ ਵਾਲਾ ਹਰ ਚੀਜ਼ ਪੈਸੇ ਦੀ, ਵੋਟਾਂ ਉਹਨਾਂ ਵੋਟਾਂ 'ਚ ਵੀ ਸ਼ਰਾਬਾਂ ਚਿੱਟੇ ਸਭ ਕੁਝ ਵਰਤੀਂਦਾ, ਬੱਕਰੇ ਵਢੀਂਦੇ ਨੇ। ਕੁਛ ਨਹੀਂ, ਹੁਣ ਤਾਂ ਇਨਸਾਨੀਅਤ ਤਾਂ ਹੈ ਨਹੀਂ ਨਾ। ਪਿਛਲਾ ਇਹਨਾਂ ਇਤਿਹਾਸ ਬਦਲਿਆ ਗਿਆ। ਆਪਾਂ ਚੰਗੇਜ਼ ਖਾਨ ਨੂੰ ਮਾੜਾ ਨੇ, ਕਦੀ ਆਪਾਂ ਨੇ ਸਰਸੇ ਵਾਲੇ ਦੇ ਕੰਮ ਬੜੇ ਚੰਗੇ ਸੀ। ਮੈਂ ਤਾਂ ਆਪ ਆਪਦੇ ਪਿਤਾ ਦੀ ਅੱਖ ਬਣਾ ਗਿਆ। ਮੈਂ ਇਹ ਆਖੇ ਵੇਖਿਆ ਉੱਥੇ ਜਿੰਨੇ ਡਾਕਟਰ ਸੀ, ਜਿੰਨੇ ਵੀ ਦੂਜੇ ਸੀ, ਉਹਨਾਂ ਨੇ ਰੱਬ ਦਾ ਨਾਮ ਜਿਹੜੇ ਰਾਤ ਵਾਲੇ ਸਿਮਰਨ ਕਰੋ। ਮੈਂ ਮੋਨਾ, ਅੱਜ ਵੀ ਮੋਨਾ। ਉਦੋਂ ਗੁਰੂ ਨਾਲ ਗੁਟਕਾ ਗਿਆ ਸੁਖਮਨੀ ਸਾਹਿਬ, ਜਿਹੜੇ ਰਾਤ ਮੈਂ ਪਾਠ ਕਰਦਾ, 2 ਵੇਲੇ ਪਾਠ ਕਰਦਾ, ਮੈਨੂੰ ਉਹਨੇ ਸਿਮਰਨ ਕਰ ਬੜੇ ਖੁਸ਼ ਹੁੰਦੇ ਸੀ ਡਾਕਟਰ ਤੇ। ਆਪ ਮਾੜਾ ਹੁੰਦਾ ਸੀ, ਪਰ ਉਹਦੇ ਜਿਹੜੇ ਚੇਲੇ ਸੀ ਉਹ ਨਹੀਂ ਮਾੜੇ, ਤੇ ਨਾ ਉਹਦੇ ਡਾਕਟਰ ਸੀ। ਉਹ ਬਾਹਰ ਅਮਰੀਕਾ ਕੈਨੇਡਾ ਚੋਂ ਆਏ, ਸਿਮਰਨ ਕਰੋ ਇਹੋ ਕਰਦੇ ਪਏ ਸੀ। ਪਰ ਹੁਣ ਵਿਸ਼ਵਾਸ ਕਿੰਦੇ ਕਿਸ ਬੰਦੇ ਤੇ ਕਰੀਏ, ਆਪਦੇ ਤੋਂ ਉਦੋਂ ਵੀ ਮਾਰੇ ਹੋ ਗਏ। ਹੁਣ ਇਹਨਾਂ ਦੇ 400-500 ਬੰਦਾ ਫਸਾਉਣਾ ਹੁੰਦਾ, ਬਾਅਦ ਚ ਅੱਠ ਦਿਨ ਵੀ ਕੈਪਟਨ ਨੇ ਇੰਨੀ ਦੁਨੀਆ ਫਸਾਤੀ, ਫਿਰ ਲਿਸਟਾਂ ਬਣਾਈ ਹੋਏ ਨੇ।
ਇਹ ਮੇਰਾ 1.5 ਸਾਲ ਦੇ ਵਿੱਚ ਪੰਜਾਬ 'ਚ ਬਾਹਰ ਬੰਦਾ ਰਹਿ ਹੀ ਕੋਈ ਨਹੀਂ ਜਾਣਾ, ਸਾਰਿਆਂ ਦੇ ਪਰਚੇ ਹੋ ਜਾਣੇ। ਜੀ ਜੀ ਇਹਦਾ ਜੀ ਬੜੀ ਜ਼ਿਆਦਾ ਹਾੜਾ ਦਵਾਈ, ਬੜੀ ਗਰੀਬੀ, ਬੜੇ ਮੁੱਦੇ ਨੇ ਹੋਰ ਦਿਨਾਂ ਤੇ ਇਹਨਾਂ ਨੇ ਕੀਤਾ। ਇਹਦਾ ਸਿਆਸਤ ਕਰਦੇ ਪਏ ਨੇ, ਗੁਰੂ ਦੇ ਨਾਂ ਤੇ ਨਾ ਕਰਨਾ, ਕੱਖ ਨਹੀਂ ਰਹਿਣਾ ਇਹਨਾਂ ਦਾ। ਉਹ ਫਿਰ ਵੀ ਕੁੜੀਆਂ ਸਾਬਕਾ ਤੇ ਰੱਬ ਵੀ ਕੁਛ ਨਹੀਂ ਕਰਦਾ, ਮਾਰ ਗਰੀਬਾਂ ਨੂੰ ਹੀ ਮਾਰਦਾ ਹੈ। ਕਦੀ ਕਿਤੇ ਹੜ ਆ ਗਿਆ, ਕਿਤੇ ਸੋਕਾ ਆ ਗਿਆ, ਕਿਤੇ ਫਸਲ ਨਾ ਵਿਕੀ, ਕਿਤੇ ਲਾਕਡਾਊਨ, ਕਿਤੇ। ਇੱਕ ਮੈਂ ਤੁਹਾਨੂੰ ਗੱਲ ਛੋਟੀ ਜਿਹੀ ਕਰਾਂ ਕਰੋਨੇ ਦੀ। ਸਾਡੇ ਪਿੰਡ ਜੀ ਕਰੋਨੇ ਤੋਂ ਵਿਆਹ ਕੈਂਸਲ ਹੋ ਗਿਆ ਗੁਆਂਢੀਆਂ ਦਾ, ਤੇ ਉਹਨਾਂ ਨੇ 9 ਦਿਨ ਵਿੱਚ ਕਰੋਨੇ ਵਾਲਿਆਂ ਨੂੰ ਦਾਖਲ ਕਰਕੇ ਤੇ ਇੱਕ ਗੋਲੀ ਵੀ ਨਹੀਂ ਦਿੱਤੀ। ਚਲੇ ਜਾਓ ਚਲੇ ਜਾਓ, ਨਾ ਕੋਈ ਟੈਸਟ ਕੀਤਾ, ਕੋਈ ਕਰੋਨਾ ਨਹੀਂ ਹੈਗਾ। ਢਿੱਲੋਂ ਸਾਹਿਬ ਇਹ ਵੀ ਇੱਕ ਬੜੀ ਵੱਡੀ ਸਾਜ਼ਿਸ਼ ਹੈ। ਉਹਨੂੰ ਮੋਦੀ ਸਾਹਿਬ ਨੂੰ ਵੀ ਮੈਨੂੰ ਦੇਣਾ ਨਾ ਪਏ MSG, ਤੇ ਉਹ ਬਾਈ ਜੋ ਮੁੱਕਰਾ ਉਹ ਮੁੱਕਰ ਹੀ ਗਿਆ। ਇਹ ਜਦੋਂ ਕੈਪਟਨ ਸਾਹਿਬ ਮੁੱਕਰ ਗਿਆ, ਰੇਕ ਬਹਿ ਜੇ ਤੋਂ ਫੇਰ ਹੋ ਗਿਆ। ਕੋਈ ਕਰੋਨਾ ਨਹੀਂ ਹੈ, ਕੋਈ ਬਿਮਾਰੀ ਨਹੀਂ, ਕੋਈ ਰੋਗ ਨਹੀਂ ਹੈ। ਸਿਰਫ ਇਹਨਾਂ ਨੇ ਆਪ ਬਣਾਇਆ ਡਾਕਟਰਾਂ ਨੂੰ 3 ਲੱਖ ਰੁਪਇਆ ਦਿੱਤਾ, ਮੀਡੀਆ ਵਿਕਿਆ ਜੀ। ਤੁਹਾਡੇ ਵਰਗਾ ਚੈਨਲ ਨਹੀਂ ਲੱਭਣਾ, ਟਵਾਣਾ ਸਾਹਿਬ ਵਰਗਾ ਤੇ ਨਾ ਤੁਹਾਡੀ ਗੱਲ ਵਰਗਾ। ਅਸੀਂ ਤਾਂ ਜਿਉਂਦੇ ਰਹੋ, ਤੁਸੀਂ ਕਾਫੀ ਜਿਉਂਦੇ ਨਹੀਂ ਕਰਦੇ ਜੀ। ਜੀ ਧੰਨਵਾਦ ਬਹੁਤ ਬਹੁਤ, ਤੁਸੀਂ ਸਾਡੇ ਨਾਲ ਜੁੜੇ। ਤੇ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਜਿਹੜੀ ਮਾਰ ਹੈ ਗਰੀਬਾਂ ਤੇ ਹੀ ਪੈਂਦੀ ਹੈ, ਪਰ ਇੱਥੇ ਗੱਲ ਸੋਚਣ ਵਾਲੀ ਇਹ ਵੀ ਆ ਕਿ ਬਹੁਤ ਸਾਰੇ ਜਿਹੜੇ ਸਾਡੇ ਮਹਿਕਮੇ ਬਣੇ ਹੋਏ ਨੇ ਉਹਨਾਂ ਦਾ ਵੀ ਹੱਕ ਬਣਦਾ ਇਹਨਾਂ ਚੀਜ਼ਾਂ ਤੇ ਗੌਰ ਕਰਨ ਦਾ। ਜੇ ਹੜ੍ਹ ਆ ਜਾਂਦੇ ਨੇ ਤਾਂ ਉਹਨਾਂ ਦੀ ਸਥਿਤੀ ਦੇ ਨਾਲ ਵੀ ਨਜਿੱਠਿਆ ਜਾ ਸਕਦਾ, ਜੇ ਕਰੋਨਾ ਵਰਗੀਆਂ ਭਿਆਨਕ ਬਿਮਾਰੀਆਂ ਨੇ ਤਾਂ ਉਹਨਾਂ ਦੀ ਸਥਿਤੀ ਨਾਲ ਵੀ ਨਜਿੱਠਿਆ ਜਾ ਸਕਦਾ ਹੈ। ਪਰ ਸਾਡੀਆਂ ਸਰਕਾਰਾਂ ਨਹੀਂ ਜਿਹੜੇ। ਚਲੋ ਸਭ ਪਹਿਲਾਂ ਇੱਕ ਕਾਲ ਹੋਰ ਆ ਗਈ, ਆਪਾਂ ਉਹਨਾਂ ਨਾਲ ਵੀ ਗੱਲ ਕਰ ਲਈਏ, ਫਿਰ ਆਪਾਂ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ ਜੀ ਹਾਂਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਪੁੱਤਰਾ, ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਪੁੱਤ ਨੂੰ, ਮੈਂ ਸਾਡੀਆਂ ਧੀਆਂ ਜੋ ਹੋਸਟ ਕਰਦੀਆਂ ਨਾ, ਸਾਡਾ ਅੱਧਾ ਕਿਲੋ ਖੂਨ ਵੱਧ ਜਾਂਦਾ ਜੀ। ਜੀ ਸਾਡੇ ਬੱਚੇ ਵਧੇ, ਸਾਨੂੰ ਬੜੀ ਖੁਸ਼ੀ ਹੈ ਜੀ। ਜੀ 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 ਧੰਨਵਾਦ ਜੀ। ਨੰਬਰ 2 ਤੇ ਜਿਹੜਾ ਮਾਲਵਾ ਬੈਲਟ ਹੈ ਨਾ, ਉਹਦੇ ਵਿੱਚ ਡੇਰੇ ਤੋਂ ਬਿਨਾ ਕੋਈ ਜਿੱਤ ਨਹੀਂ ਸਕਦਾ, ਡੇਰੇ ਨੂੰ ਛੱਡ ਨਹੀਂ ਸਕਦਾ ਕੋਈ ਵੀ, ਜਿੰਨਾ ਮਰਜ਼ੀ ਕਹੀ ਜਾਣ। ਕੋਈ ਆਮ ਪਾਰਟੀ ਵਾਲਾ ਕਹੀ ਜਾਵੇ, ਕੋਈ ਅਕਾਲੀ ਕਹੀ ਜਾਵੇ, ਕੋਈ ਕਾਂਗਰਸੀਆ ਕਹੀ ਜਾਵੇ, ਕੋਈ ਵੀ ਕਹੀ ਜਾਵੇ ਜੀ, ਉਹ ਇਹਨਾਂ ਦੀ ਪੈਰੀ ਪੈਂਦੇ ਆ, ਜਾ ਕੇ ਬਹਿੰਦੇ ਆ। ਤੇ ਨੰਬਰ 2, ਅੱਜ ਤਾਈਂ ਤੁਸੀਂ ਸੁਣਿਆ ਵੀ ਕੋਈ ਅਣਪਛਾਤੀ ਪੁਲਿਸ, ਇਸ ਕੇਸ ਦੇ ਵਿੱਚ ਅਣਪਛਾਤੀ ਪੁਲਿਸ ਹੋਈ ਜੀ, ਔਰ ਸ਼ਹੀਦੀਆਂ ਹੋਈਆਂ, ਕਿੰਨਾ ਕੁਛ ਹੋਇਆ। ਸ਼ਾਂਤਮਈ ਤਰੀਕੇ ਨਾਲ ਉਹ ਪ੍ਰੋਟੈਸਟ ਕਰਦੇ ਸੀਗੇ, ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ। ਮਹਾਰਾਜ ਦੇ ਸਰੂਪਾਂ ਦੀਆਂ ਕਿੰਨੀਆਂ ਬੇਅਦਬੀਆਂ ਹੋਈਆਂ ਜੀ। ਕਿਉਂਕਿ ਇਹਦੇ ਵਿੱਚ ਸਾਰਿਆਂ ਨਾਲ ਜ਼ਿਆਦਾ ਕਸੂਰ ਆ ਸਾਡੇ ਧਾਰਮਿਕ ਪ੍ਰਚਾਰਕਾਂ ਦਾ। ਕਿਉਂਕਿ ਇਹ ਗਰੀਬ ਕੋਲ ਕੋਈ ਨਹੀਂ ਬਹਿੰਦਾ ਜਾ ਕੇ। ਇਹਨਾਂ ਦੇ ਜਿੰਨੇ ਪ੍ਰੋਗਰਾਮ ਅਸੀਂ ਦੇਖੀਦੇ ਆ, ਕਦੇ ਸੰਗਤ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਨਹੀਂ ਛਕਦੇ। ਪਿੰਡ ਦੇ ਵਿੱਚ ਜਿਹੜਾ ਮੋਟਾ ਬੰਦਾ ਆਉਂਦਾ ਉਹਦੇ ਘਰੇ ਬਹਿ ਕੇ ਜਾਂਦੇ ਆ, ਕਿਸੇ ਗਰੀਬ ਦੇ ਵਿਆਹ ਤੇ ਨਹੀਂ ਜਾਂਦੇ। ਤੁਸੀਂ ਕਿੱਦਾਂ ਜਾਓਗੇ? ਡੇਰਿਆਂ ਨਾਲ ਹੀ ਜੁੜਨਾ ਲੋਕਾਂ ਨੇ। ਹੁਣ ਡੇਰੇ ਦਾ ਕੰਮ ਕਰਦੇ ਆ ਲੋਕ। ਤਾਂ ਹੁਣ ਮਕਾਨ ਬਣਦਾ ਸੀਗਾ ਜੀ, ਮੈਂ ਗਿਆ ਤੇ ਮੁੰਡਾ ਡੇਰੇ ਵਾਲਿਆਂ ਦਾ ਉਪਾਸਕ ਸਾਡਾ ਦੁਆਬੇ ਚ ਪਿੰਡ ਦਾ ਜੀ, ਤੇ ਮੈਂ ਕਹਿੰਦਾ ਮੈਂ ਸੇਵਾ ਕਰਨ ਚੱਲਿਆ। ਮੈਂ ਕਿਹਾ ਵੀ ਸੇਵਾ ਤੂੰ ਕਮਰਿਆ ਦਿਹਾੜੀ ਛੱਡੇਗਾ 400-500 ਰੁਪਈਆ, ਵੀ ਕੀ ਕਰਨਾ? ਤੇ ਉੱਥੇ ਜਾ ਕੇ ਝਾੜੂ ਹੀ ਮਾਰਨਾ। ਇਹ ਬੰਦਾ ਭਾਜੀ ਅਸੀਂ ਏਦਾਂ ਨਹੀਂ ਕਰਦੇ ਸੇਵਾ, ਅਸੀਂ ਕਹਿੰਦਾ ਲੋਕਾਂ ਦੇ ਮਕਾਨ ਬਣਾਉਣੇ ਆ। ਅਸੀਂ 10 ਮਿਸਤਰੀ ਹੋਣੇ ਆ ਤੇ 10-12 ਮਜ਼ਦੂਰ, ਸਾਡਾ ਸਾਰਾ ਸਮਾਨ ਆਇਆ ਉੱਤੇ। ਅਸੀਂ 2 ਕਮਰੇ ਦੇਣੇ ਆ, ਇੱਕ ਰਸੋਈ ਬਣਾ ਕੇ ਦੇਣੀ ਆ, ਵਾਸ਼ਰੂਮ ਬਣਾ ਕੇ ਦੇਣਾ, ਬਗਲ ਕਰਕੇ ਦੇਣਾ। ਅੱਛਾ ਦੱਸੋ ਵੀ ਹੁਣ ਬੰਦਾ ਕਿੱਧਰ ਨੂੰ ਜਾਊਗਾ? ਸਾਡੇ ਲੋਕਾਂ ਨੂੰ ਜਾਊਗਾ, ਧਰਮਾਂ ਨੂੰ ਜਾਊਗਾ, ਕਿ ਉਹਨਾਂ ਡੇਰਿਆਂ ਨੂੰ ਜਾਊਗਾ ਜਿਨ੍ਹਾਂ ਦਾ ਸਾਰਾ ਕੰਮ ਹੁੰਦਾ ਹੈ? ਜੀ, ਕਿਉਂਕਿ ਸਾਨੂੰ ਸੋਚਣਾ ਪੈਣਾ। ਅਸੀਂ ਅੱਜ ਤਾਂ ਉਹਦੇ ਬਿੱਲ ਬਣਾਈ ਜਾਂਦੇ ਆ, ਸਬਜ਼ੀਆਂ ਦੇ ਬਿੱਲ, ਮੈਨੇਜਰ ਰੱਖਿਆ 3-3 ਲੱਖ ਰੁਪਇਆ ਤਨਖਾਹਾਂ ਉਹਨਾਂ ਦੀਆਂ। ਕੀ ਕਰਾਉਣਾ ਤੁਸੀਂ ਜੀ? ਅੱਜ ਕਿਸੇ ਵੀ ਧਰਮ ਦੇ ਵਿੱਚ ਕੋਈ ਵੀ ਕਿਤੇ ਵੀ ਕੋਈ ਕਮਰਾ ਵੀ ਬਣਦਾ, ਉਹ ਵੀ ਠੇਕੇ ਤੇ ਬਣਦਾ ਜੀ। ਸੇਵਾ ਭਾਵ ਵਾਲਾ ਸਿਸਟਮ ਬੰਦ ਹੋ ਗਿਆ ਜੀ। ਜਿੱਥੇ ਸੇਵਾ ਨਹੀਂ ਉੱਥੇ ਧਰਮ ਨਹੀਂ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਤੇ ਅਗਲੇ ਕਾਲਰ ਵੀ ਜਿਹੜੇ ਸਾਡੇ ਨਾਲ ਰਾਬਤਾ ਬਣਾ ਚੁੱਕੇ ਨੇ, ਉਹਨਾਂ ਦੀ ਵੀ ਗੱਲ ਕਰ ਲਈਏ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ, ਹਾਂਜੀ, ਟੀਵੀ ਦੀ ਆਵਾਜ਼ ਤੁਸੀਂ ਘੱਟ ਕਰ ਦਿਓ ਜੀ, ਫੇਰ ਤੁਸੀਂ ਸਾਡੇ ਨਾਲ ਗੱਲਬਾਤ ਪ੍ਰੋਪਰ ਕਰ ਸਕੋਗੇ।
ਹਾਂਜੀ ਕਰੀਏਗਾ ਜੀ। ਹਾਂਜੀ 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 ਕਰੋ ਜੀ। ਧਾਲੀਵਾਲ ਤੇ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ। ਪਿਆਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਮਰੀਕਾ ਅਕਾਲ ਤੋਂ। ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਤੇ ਚਲੋ ਬਹੁਤ ਵਧੀਆ ਤੁਸੀਂ ਮੁੱਦਾ ਲੈ ਕੇ ਆਏ ਆ। ਵੈਸੇ ਬੰਦੇ ਨੂੰ ਆਸਾ ਬੰਦ ਹੋਣਾ ਚਾਹੀਦਾ ਹੈ, ਕਿਉਂਕਿ ਜੇ ਬਹੁਤਾ ਨਹੀਂ ਤਾਂ ਥੋੜਾ ਸੀ ਜਾਂਦੀ ਉੱਤੋਂ ਦੀ ਲਗੋਤੀ ਸੀ। ਹਾਲਾਂਕਿ ਹੈ ਜ਼ਿਆਦਾ ਇਲੈਕਸ਼ਨ ਸਟੰਟ ਲੱਗਦਾ ਹੈ। ਜੀ ਤੇ ਬਾਕੀ ਇਹ ਵੀ ਜਿੰਨੇ ਕਿ ਇਹਨਾਂ ਨੇ ਜ਼ੁਲਮ ਕੀਤੇ ਉਹਨਾਂ ਦੀ ਲਾਈਨ ਬਹੁਤ ਲੰਬੀ ਆ। ਹਾਲਾਂਕਿ ਪਹਿਲਾਂ ਇਹਨਾਂ ਨੇ ਮਰ ਜੂੜੇ ਤਿਆਰ ਕੀਤੇ ਆ, ਆਪੇ ਮਰਵਾਏ ਆ, ਜੀ ਆਪੇ ਉਹਨਾਂ ਪੁਲਿਸ ਨੂੰ ਤਰੱਕੀਆਂ ਦਿੱਤੀਆਂ ਹਨ ਤੇ ਉਹ ਕੈਪਟਨ ਸਾਹਿਬ ਵੀ ਨਾਲ ਹੀ ਸੀਗੇ। ਤੇ ਬਾਕੀ ਹੁਣ ਦੇਖੋ ਕਿੱਦਾਂ ਖਾੜਕੂਆਂ ਤੇ ਮੁੰਡਿਆਂ ਨੂੰ ਪਰਚੇ ਦਰਜ ਕਰ ਰਹੇ ਆ ਜੀ ਤੇ ਜਿਹੜਾ ਬਿਲਕੁਲ ਨਜਾਇਜ਼ ਆ। ਪਰ ਚਲੋ ਫਿਰ ਵੀ ਤੁਸੀਂ ਰੌਲਾ ਪਾਉਂਦੇ ਰਹੋ, ਇਹਨਾਂ ਨੂੰ ਜਾਗਰੂਕ ਕਰਦੇ ਰਹੋ, ਸ਼ਾਇਦ ਕਦੇ ਨਾ ਕਦੇ ਜ਼ਮੀਨ ਜਾਗੂਗੀ, ਮਾੜਾ ਮੋਟਾ ਦਾ ਭਲਾ ਹੋਏਗਾ। ਧੰਨਵਾਦ ਜੀ। ਜਿਹੜਾ 12.5 ਕਰੋੜ ਜਾਂ 13 ਕਰੋੜ ਰੁਪਇਆ ਇੱਕ ਟੈਂਟ ਤੇ ਲਾਤਾ, ਇਹ ਸਾਰੇ ਦਾ ਸਾਰਾ ਪੈਸਾ ਪ੍ਰਚਾਰ ਤੇ ਲੱਗਿਆ ਹੁੰਦਾ। ਐਫਡੀਆਂ ਤੁਸੀਂ ਤੜਵਾਲੀਆਂ ਥਾਂ ਥਾਂ ਦੇ ਉੱਤੇ ਘਪਲੇ ਹੋ ਰਹੇ ਨੇ ਲਗਾਤਾਰ। ਸਬਜ਼ੀਆਂ ਦੇ ਬਿੱਲ ਤੁਸੀਂ ਦੇਖੋ, ਅਸੀਂ ਲੋਕ ਜਦੋਂ ਜਾਂਦੇ ਹਾਂ ਸ਼ਰਧਾ ਨਾਲ ਜਾਂਦੇ ਹਾਂ, ਸਾਡਾ ਸਿਰ ਝੁਕਦਾ ਹੈ। ਪਰ ਇਹਨਾਂ ਲੋਕਾਂ ਨੇ ਉਹ ਸਥਾਨ ਵੀ ਵਪਾਰਕ ਬਣਾ ਲਏ ਨੇ। ਜਿਵੇਂ ਉਹ ਕਾਲਰ ਸਾਹਿਬ ਨੇ ਗੱਲ ਕੀਤੀ ਸੀ ਕਿ ਕਿਸੇ ਕੋਈ ਸਮਾਂ ਹੁੰਦਾ ਸੀ ਜਦੋਂ ਸਾਂਝੇ ਰੂਪ ਦੇ ਵਿੱਚ ਕਾਰ ਸੇਵਾ ਰਾਹੀਂ ਕੰਮ ਹੁੰਦੇ ਸੀ। ਇਸ ਵੇਲੇ ਉਹ ਠੇਕਾ ਪ੍ਰਣਾਲੀ ਆ ਗਏ, ਠੇਕਿਆਂ ਦੇ ਆਧਾਰ ਤੇ ਕੀਤੇ ਜਾ ਰਹੇ ਨੇ, ਮਹਿੰਗੇ ਬਿੱਲ ਪਾਏ ਜਾ ਰਹੇ ਨੇ, ਸੀਏ ਰੱਖਤੇ, ਮੁੱਖ ਸਕੱਤਰ ਰੱਖਤੇ। ਉਹ ਖਰਚੇ ਜਿਹੜੇ ਇਸ ਪਾਸੇ ਵੱਲ ਕੀਤੇ, ਇਹੀ ਖਰਚਾ ਪ੍ਰਸਾਰ ਵਾਸਤੇ, ਧਰਮ ਦੇ ਪ੍ਰਸਾਰ ਵਾਸਤੇ ਕੀਤਾ ਜਾ ਸਕਦਾ ਸੀ, ਪ੍ਰਚਾਰ ਵਾਸਤੇ ਕੀਤਾ ਜਾ ਸਕਦਾ ਸੀ, ਨਹੀਂ ਕੀਤਾ ਗਿਆ। ਇਹੋ ਕਾਰਨ ਹੈ ਕਿ ਅੱਜ ਅਸੀਂ ਸੁੰਗੜ ਕੇ ਰਹਿ ਗਏ ਹਾਂ। ਮੈਂ 1994-95 ਦੇ ਵਿੱਚ ਗੋਆ ਦੇ ਵਿੱਚ ਗਿਆ ਸੀ। ਉੱਥੇ ਇੱਕ ਰੇਡੀਓ ਤੇ ਇੰਟਰਵਿਊ ਹੋਈ। ਉਸ ਤੋਂ ਬਾਅਦ ਉਹਨਾਂ ਦੀ ਚਰਚ ਦੇ ਇੱਕ ਪ੍ਰੀਸਟ ਆਏ, ਉਹਨਾਂ ਨੇ ਮਿਲਿਆ, ਗੱਲਬਾਤ ਕੀਤੀ, ਸਾਡੀ ਗੱਲਬਾਤ ਤੋਂ ਪ੍ਰਭਾਵਿਤ ਹੋਏ। ਉਹਨਾਂ ਦਾ ਜਿਹੜਾ ਉਹ ਰਸਾਲਾ ਸੀ ਤੇ ਹੋਰ ਪ੍ਰਚਾਰ ਸਾਧਨ ਸੀ ਜਾਂ ਲਿਟਰੇਚਰ ਸੀ, ਉਹਨਾਂ ਦਾ ਸਾਹਿਤ ਸੀ, ਉਹ 15 ਸਾਲ ਲਗਭਗ ਮੇਰੇ ਕੋਲੇ ਮੁਫਤ ਆਉਂਦਾ ਰਿਹਾ। ਤੇ ਅਸੀਂ ਕਿੰਨਾ ਕਿਸੇ ਕੋਲੇ ਭੇਜਦੇ ਹਾਂ। ਹੋਰਾਂ ਚੀਜ਼ਾਂ ਤੇ ਖਰਚਾ ਕੀਤਾ ਜਾ ਰਿਹਾ ਹੈ। ਜਿਹੜੀ ਚੀਜ਼ ਦੇ ਨਾਲ ਧਰਮ ਦਾ ਪ੍ਰਸਾਰ ਹੋਣਾ ਸੀ, ਇਹ ਤਾਂ ਗੁਰਦੁਆਰੇ ਇਹਨਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਨਾਂ ਕੀਤੇ ਹੋਏ ਨੇ। ਉਹ ਕਿਸ ਤਰ੍ਹਾਂ ਦੀਆਂ ਗੱਲਾਂ ਵਾਪਰਦੀਆਂ ਨੇ। ਸਾਨੂੰ ਚਾਹੀਦਾ ਹੈ ਕਿ ਇਹਦੇ ਵਿੱਚ ਸੁਧਾਰ, ਜਿਵੇਂ ਪਹਿਲਾਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ ਨਾ, ਇੱਕ ਵਾਰ ਫੇਰ ਗੁਰਦੁਆਰਾ ਸੁਧਾਰ ਲਹਿਰ ਦੀ ਜ਼ਰੂਰਤ ਹੈਗੀ ਹੈ। ਜਿਹੜੇ ਇਸ ਵੇਲੇ ਕਾਬਜ ਹੋ ਕੇ ਬੈਠੇ ਨੇ, ਉਹਨਾਂ ਨੇ ਇਹ ਗੁਰਦੁਆਰਾ ਪ੍ਰਬੰਧਾਂ ਦੇ ਵਿੱਚ ਲਗਾਤਾਰ ਗਿਰਾਵਟ ਲਿਆਂਦੀ ਹੈ। ਇਸ ਨੂੰ ਸੋਚਣ ਦੀ ਲੋੜ ਹੈ। ਜੇ ਅਸੀਂ ਆਪਣੇ ਆਪ 'ਚ ਪਰਿਪੱਕ ਹੋਵਾਂਗੇ, ਆਪਣੇ ਆਪ 'ਚ ਮਜ਼ਬੂਤ ਹੋਵਾਂਗੇ। ਇੱਕ ਕਾਲਰ ਸਾਹਿਬ ਨੇ ਗੱਲ ਕਹੀ ਕਿ ਡੇਰੇ ਵਾਲਿਆਂ ਦੀਆਂ ਵੋਟਾਂ ਤੋਂ ਬਿਨਾਂ ਕੰਮ ਨਹੀਂ ਚੱਲਣਾ। ਤੁਸੀਂ ਆਪਣੇ ਆਪ ਨੂੰ ਮਜ਼ਬੂਤ ਕਰੋ, ਇਹ ਆਪਣੇ ਆਪ ਤੁਹਾਡੇ ਵੱਲ ਆਕਰਸ਼ਿਤ ਹੋਣਗੇ। ਜਦੋਂ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੀ ਵਾਰੀ ਜਿੱਤਿਆ ਹੈਗਾ, ਉਸ ਵੇਲੇ ਵੀ ਤਾਂ ਇਹਨੇ ਸੌਦਾ ਸਾਧ ਨੇ ਕਿਹਾ ਸੀ ਕਿ 30 ਲੱਖ ਵੋਟਾਂ ਨੇ ਮੇਰੀਆਂ ਦਿੱਲੀ ਦੇ ਵਿੱਚ। ਉਹ ਕਿੰਨੀਆਂ ਕਿ ਇਹਨਾਂ ਨੂੰ ਮਿਲੀਆਂ ਸੀਗੀਆਂ, ਸਭ ਦੇ ਸਾਹਮਣੇ ਹੈ। ਤੇ ਇਸ ਕਰਕੇ ਇਸ ਪਾਸੇ ਨਹੀਂ ਜਾਣਾ ਚਾਹੀਦਾ। ਅਸੀਂ ਇਸ ਵਿਸ਼ੇ ਨੂੰ ਇੱਥੇ ਹੀ ਵਿਰਾਮ ਦਿੰਦੇ ਹੋਏ ਬੇਨਤੀ ਕਰਾਂਗੇ ਕਿ ਆਪਾਂ ਸਾਰੇ ਜਣੇ ਆਪੋ ਆਪਣਾ ਫਰਜ਼ ਅਦਾ ਕਰੀਏ। ਜੀ ਤੇ ਕਾਲਰ ਸਾਡੇ ਨਾਲ ਜੁੜ ਗਏ ਨੇ, ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਮੈਂ ਸਿਕੰਦਰ ਬੋਲਦਾ ਜੀ। ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਦੇ ਟੌਪਿਕ ਤੇ? ਹੈਲੋ ਜੀ। ਹਾਂਜੀ ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਲੈ ਕੇ ਆਉਣੇ ਜੀ ਤੁਸੀਂ ਬਹੁਤ ਵਧੀਆ ਸਾਥ ਦਿੰਦੇ ਹੋ ਢਿੱਲੋਂ ਸਾਹਿਬ ਦਾ, ਬਹੁਤ ਵਧੀਆ ਲੱਗਦਾ ਜੀ। ਜੀ 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 ਧੰਨਵਾਦ। ਅੱਛਾ, ਮੈਨੂੰ ਇਹ ਗੱਲ ਦੱਸੋ ਜੀ, ਇਹ ਧਰਮ ਦਾ ਡਰ ਇਹਨਾਂ ਨੂੰ ਹੈਗਾ ਜੀ? ਇਹ ਤਾਂ ਧਰਮ ਨਾਲ ਇੰਨਾ ਕੁਝ ਕਰਕੇ ਫੇਰ ਵਧੀ ਫੁੱਲੀ ਜਾਂਦੇ ਨੇ। ਕਈ ਵਾਰੀ ਇਹਨਾਂ ਕੰਨੀ ਦੇਖ ਕੇ ਐਂ ਲੱਗਦਾ ਕਿ ਰੱਬ ਹੈ ਹੀ ਨਹੀਂ, ਇੱਕ ਡਰਾਵਾ ਹੀ ਹੈ ਜੀ। ਹੈ ਕੋਈ ਨੇੜੇ ਤੇੜੇ? ਮਤਲਬ ਦੇਖੋ, ਵਾਧੇ ਫੁੱਲਦੇ ਵੀ ਇਹੀ ਨੇ, ਸਾਰਾ ਕੁਝ ਇਹਨਾਂ ਕੰਨੀ ਰਾਜਸੀ ਨਿੱਘ ਵੀ ਇਹੀ ਮਾਣਦੇ ਨੇ। ਤੇ ਧਰਮ ਦਾ ਫਿਰ ਇਹ ਧਰਮ ਦੀ ਇਹ ਵਰਤੋਂ ਕਰਕੇ ਕਿੰਨਾ ਨਜਾਇਜ਼ ਕਰਦੇ ਨੇ ਆਪਣੇ ਸਾਹਮਣੇ ਆ। ਇੱਕ ਦੇਖੋ ਜੀ, ਅੱਗੇ ਵੀ ਗੱਲ ਕਰੀ, ਜੇ ਮੈਂ ਦੁਬਾਰਾ ਕਰ ਦਿੰਦਾ ਕਿ ਪੰਜਾਬ ਦੇ ਵਿੱਚ ਸਿੱਖੇ ਮੁੱਖ ਮੰਤਰੀ ਹੋਵੇ ਤੇ ਸਿੱਖੇ ਪੁਲਿਸ ਹੋਵੇ ਤੇ ਸਾਡੇ ਹੀ ਗੁਰੂ ਦੀ ਬੇਅਦਬੀ ਹੋਵੇ, ਸਾਤੇ ਉਹ ਨਹੀਂ ਲੱਭ ਰਹੀ। ਪਨੀਤ ਕੌਰ ਦਾ ਪੈਸਾ ਚੋਰੀ ਹੋਇਆ ਸੀ ਤੇ ਇਹਨਾਂ ਨੇ 24 ਘੰਟੇ 'ਚ ਬੰਦਾ ਜਾ ਕੇ ਬਿਹਾਰ ਤੋਂ ਫੜ ਲਿਆਂਦਾ ਸੀ। ਤੇ ਸਾਡੇ ਗੁਰੂ ਦੀ ਬੇਅਦਬੀ ਹੋਈ ਤੇ ਸਾਰਾ ਕੁਝ ਪੰਜਾਬ ਦੇ ਵਿੱਚ ਹੋਈ ਹੈ, ਕਿਤੇ ਬਾਹਰ ਨਹੀਂ ਹੋਈ। ਤੇ ਅਸੀਂ ਉਹ ਤੇ ਹੀ ਸਿਆਸਤ ਕਰ ਰਹੇ ਹਾਂ। ਤੇ ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕਿੱਥੇ ਜਾ ਕੇ ਮਤਲਬ ਟਿਕਾ ਹੋਊਗਾ। ਮੈਨੂੰ ਤਾਂ ਇਹ ਪਤਾ ਨਹੀਂ, ਜਾਂ ਰੱਬ ਹੈ ਹੀ। ਕਈ ਵਾਰੀ ਇਹਨਾਂ ਕਈ ਦੇਖ ਕੇ ਤਾਂ ਹੀ ਲੱਗਦਾ ਦੇਖੋ ਸਾਰਾ ਕੁਝ ਵਧੀਆ ਚੱਲ ਰਿਹਾ। ਤੇ ਹੁਣ ਦੇਖੋ ਜੀ,
3500 ਕਰੋੜ ਦੇ ਮਾਲਕ ਨੇ ਬਾਦਲ ਪਰਿਵਾਰ, ਤੇ ਖਰਚਾ ਪੰਜਾਬ ਦੇ ਲੋਕਾਂ ਨੇ ਜਦੇ ਟੈਕਸ ਚੋਂ ਦਿੱਤਾ 80 ਲੱਖ, ਜਿਹੜਾ ਬਿਜਲੀ ਉਹਦਾ ਇਹਨਾਂ ਦੀ ਬਿਮਾਰੀ ਦਾ ਸੀਗਾ। ਤੇ ਪਤਾ ਨਹੀਂ ਲੋਕ ਸੁੱਤੇ ਪਏ ਨੇ ਮੇਰੇ ਹਿਸਾਬ ਨਾਲ ਜੀ, ਲੋਕ ਨਹੀਂ ਜਾਗੇ। ਜੇ ਲੋਕ ਜਾਗਣਗੇ ਤਾਂ ਹੀ ਕੁਝ ਹੋ ਸਕਦਾ। ਇੰਨਾ ਕੁਝ ਦੇਖਦੇ ਹੋਏ ਵੀ ਅੱਖਾਂ ਵਿੱਚ ਲੈਂਦੇ ਨੇ, ਸਮਝ ਤੋਂ ਬਾਹਰ ਹੈ ਜੀ। ਤੇ ਪੰਜਾਬ ਦਾ ਕੀ ਬਣੂ ਰੱਬੇ ਜਾਣਦਾ ਜੀ। ਧੰਨਵਾਦ ਜੀ, ਧੰਨਵਾਦ ਬਹੁਤ ਬਹੁਤ। ਅਗਲੇ ਕਾਲਰ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਵੀ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਢਿੱਲੋਂ ਸਾਹਿਬ ਲਖਵਿੰਦਰ ਸਿੰਘ ਸੰਮੇ ਵਾਲੀ ਬੇਨਤੀ ਕਰਦਾ। ਹਾਂ, ਸਤਿ ਸ਼੍ਰੀ ਅਕਾਲ ਜੀ ਸੰਮੇ ਵਾਲਿਆ ਸਾਹਿਬ। ਹਾਂਜੀ ਸਰ, ਬੇਨਤੀ ਹੈਗੀ ਵੀ ਮੇਰੇ ਵਰਗੇ ਅਨਪੜ੍ਹ ਬੰਦੇ ਨੂੰ ਪਤਾ ਹੈ ਵੀ ਸਾਰੇ ਧਰਮ ਸਭ ਠੱਗੀ ਠੋਗੀ ਦੇ ਹੈਗਾ ਜੀ ਸਿਸਟਮ। ਤੇ ਇੱਥੇ BA MA DLET PhD ਬੰਦੇ ਧਰਮ ਦੇ ਨਾਂ ਤੇ ਲੁੱਟੇ ਪੁੱਟੇ ਜਾਣ ਜੀ। ਮੇਰੇ ਵਰਗਾ ਕੋਈ ਅਨਪੜ੍ਹ ਬੰਦਾ ਤਾਂ ਲੁੱਟਿਆ ਜਾਏ। ਇਹ ਸਾਰਿਆਂ ਦੇ ਮਗਰ ਤੁਰੇ ਫਿਰਦੇ ਨੇ ਲੇਲੀ ਵਾਂਗੂ ਜੀ, ਹਰ ਵਾਰੀ ਲੁੱਟੇ ਜਾਂਦੇ ਨੇ। ਇਹਨਾਂ ਨੇ ਅੱਜ 70 ਸਾਲ ਹੋ ਗਏ ਲੁੱਟੇ ਪੁੱਟੇ ਜਾਂਦੇ ਨੂੰ, ਕਦੀ ਸੁਚੇਤ ਹੋ ਕੇ ਵੋਟਾਂ ਪਾਈਆਂ ਨੇ। ਕਿਸੇ ਲੀਡਰ ਦਾ ਗੁਨਾਹ ਨਹੀਂ, ਕਿਸੇ ਬਾਬੇ ਦਾ ਗੁਨਾਹ ਨਹੀਂ, ਸਾਡਾ ਗੁਨਾਹ ਹੈ ਸਰ। ਅਸੀਂ ਨਾ ਤਾਂ ਵਧੀਆ ਤੁਹਾਡੇ ਵਰਗੇ ਸਪੀਕਰਾਂ ਨੂੰ ਕਦੀ ਸੁਣਿਆ, ਨਾ ਟਵਾਣਾ ਸਾਹਿਬ ਵਰਗਿਆਂ ਨੂੰ। ਤੇ ਫਿਰ ਸਰ ਸਾਨੂੰ ਅਕਲ ਕਿੱਥੋਂ ਆਉਣੀ ਸੀ? ਜਿਨ੍ਹਾਂ ਨੇ ਸਾਨੂੰ ਸੱਚ ਦੱਸਣਾ ਸੀ ਉਹਨਾਂ ਨਾਲ ਅਸੀਂ ਕਿੰਨੇ ਕੁ ਬੰਦੇ ਜੁੜੇ ਹੋਏ ਨੇ ਉਸ ਚੈਨਲ ਨਾਲ ਜੀ। ਇਹ ਸਾਰੀ ਦਿਹਾੜੀ ਅਸ਼ੀਲਤਾ ਵੇਂਦੇ ਰਹਿੰਦੇ ਨੇ। ਤੇ ਸਰ ਸਾਡਾ ਹਾਲ ਇਹੀ ਹੋਣਾ ਹੈ ਜਿੰਨਾ ਚਿਰ ਅਸੀਂ ਸੁਚੇਤ ਨਹੀਂ ਹੁੰਦੇ। ਥੈਂਕ ਯੂ ਸਰ ਜੀ, ਧੰਨਵਾਦ ਬਹੁਤ ਬਹੁਤ। ਤੇ ਢਿੱਲੋਂ ਸਾਹਿਬ ਕੀ ਕਹਿਣਾ? ਬਹੁਤ ਵਧੀਆ ਗੱਲ ਇਹਨਾਂ ਨੇ ਕੀਤੀ ਹੈ ਕਿ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਦੇਖੋ, ਤੁਹਾਡੇ ਸਾਰਿਆਂ ਦੇ ਤੇ ਪ੍ਰਮਾਤਮਾ ਦੇ ਆਸ਼ੀਰਵਾਦ ਨਾਲ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ। ਜਿੰਨਾ ਸਾਡੇ ਤੋਂ ਸਰਦਾ ਅਸੀਂ ਵੱਧ ਤੋਂ ਵੱਧ ਤੁਹਾਨੂੰ ਸੁਚੇਤ ਕਰਨ ਦਾ ਯਤਨ ਕਰਦੇ ਹਾਂ ਆਪਣੀ ਬੁੱਧੀ ਦੇ ਮੁਤਾਬਕ। ਅਫਸੋਸ ਤਾਂ ਇਸ ਗੱਲ ਦਾ ਹੈਗਾ, ਅੱਜ ਇੱਕ ਅਖਬਾਰ ਦੇ ਵਿੱਚ ਬੜੀ ਵੱਡੀ ਖਬਰ ਛਪੀ ਹੈ ਕਿ ਪੰਜਾਬ ਦੀਆਂ ਜਿਹੜੀਆਂ ਅਸਾਮੀਆਂ ਨੇ ਉਹਦੇ ਉੱਤੇ ਵੀ ਬਾਹਰਲੇ ਰਾਜਾਂ ਵਾਲਿਆਂ ਨੇ ਕਬਜ਼ਾ ਕਰ ਲਿਆ। ਪਿਛਲੀ ਸਰਕਾਰ ਦੇ ਵਿੱਚ ਜਿਹੜੀ ਬਿਜਲੀ ਨਿਗਮ ਦੀ ਗੱਲ ਹੁੰਦੀ ਹੈ, ਇਸ ਬਿਜਲੀ ਨਿਗਮ ਦੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਉਹ ਡਾਇਰੈਕਟਰ ਭਰਤੀ ਕੀਤੇ ਜਿਹੜੇ ਬਾਹਰਲੇ ਰਾਜਾਂ ਨਾਲ ਸੰਬੰਧਿਤ ਸੀ। ਉਹਨਾਂ ਨੇ ਭਰਤੀ ਕਰਨ ਵਾਸਤੇ ਇੱਥੇ 2 ਵਾਰ 5 ਕਰੋੜ ਦੇ ਕਰੀਬ ਬਿਜਲੀ ਬੋਰਡ ਦਾ ਸਰਮਾਇਆ ਬਰਬਾਦ ਕਰਤਾ। ਤੇ ਮਤਲਬ ਇਸ ਤਰ੍ਹਾਂ ਦੇ ਪੇਪਰ ਪਾਏ ਜਿੱਥੇ ਪੰਜਾਬੀ ਨਾ ਹੋਣ। ਜਿਹੜੇ ਸਾਡੇ ਹੁਕਮਰਾਨ ਬੈਠੇ ਨੇ ਸੁੱਤੇ ਪਏ ਨੇ, ਇਹਨਾਂ ਨੂੰ ਦਿਖਦਾ ਨਹੀਂ। ਅੱਜ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਰੇ ਜਿਹੜੇ ਸੇਵਾ ਮੁਕਤ ਅਧਿਕਾਰੀ ਹੈ ਉਹ ਨਜ਼ਰ ਆ ਰਹੇ ਨੇ। ਪ੍ਰਮੁੱਖ ਅਹੁਦਿਆਂ ਦੇ ਉੱਤੇ ਸੇਵਾ ਮੁਕਤ ਅਧਿਕਾਰੀਆਂ ਨੂੰ ਲਾਇਆ ਜਾ ਰਿਹਾ ਹੈ। ਜਿਹੜੀ ਘਰ ਘਰ ਰੁਜ਼ਗਾਰ ਸੀ ਉਹ ਸ਼ਾਇਦ ਅੱਖਾਂ ਤੇ ਪੱਟੀ ਬੰਨ੍ਹ ਕੇ ਉਹਨਾਂ ਨੂੰ ਪੜ੍ਹਿਆ ਨਹੀਂ ਜਾਂਦਾ ਕਿ ਕਿੱਥੇ ਅਸੀਂ ਖੜੇ ਹਾਂ। ਜੇ ਨੌਜਵਾਨ ਨਿਰਾਸ਼ਾ ਦੇ ਆਲਮ ਦੇ ਵਿੱਚ ਜਾਣਗੇ, ਨੌਜਵਾਨਾਂ ਕੋਲ ਨੌਕਰੀਆਂ ਨਹੀਂ ਹੋਣਗੀਆਂ, ਤਾਂ ਨੌਜਵਾਨ ਨਸ਼ੇੜੀ ਵੀ ਹੋਣਗੇ, ਕੰਮ ਵੀ ਨਹੀਂ ਕਰਨਗੇ, ਤੇ ਜਿਹੜਾ ਜੁਰਮ ਹੈ ਉਹਦਾ ਦਰ ਵੀ ਵਧੇਗਾ। ਇਹ ਬਹੁਤ ਮਾੜੀ ਗੱਲ ਹੈ। ਇਹ ਸਾਰੇ ਮਾਮਲੇ ਦੇ ਵਿੱਚ ਇੱਕ ਖੁਸ਼ੀ ਦੀ ਖਬਰ ਵੀ ਆਈ ਹੈਗੀ ਹੈ ਕਿ ਪੰਜਾਬ ਸਮੇਤ 21 ਰਾਜਾਂ ਵਿੱਚ ਕਰੋਨਾ ਬਿਮਾਰੀ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵਧੀ ਹੈ, ਜਿਹੜਾ ਇੱਕ ਸ਼ੁਭ ਸ਼ਗਨ ਹੈ। ਤੇ ਸਾਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਅਗਲੇ ਦਿਨਾਂ ਦੇ ਵਿੱਚ ਸਾਰੇ ਹੀ ਸਿਹਤਯਾਬ ਹੋ ਜਾਣ। ਜੀ ਨਵਦੀਪ। ਤੇ ਬਹੁਤ ਇੱਕ ਦੋ ਜਿਹੜੀਆਂ ਖਬਰਾਂ ਨੇ ਢਿੱਲੋਂ ਸਾਹਿਬ ਆਪੇ ਹੀ ਦੱਸ ਕੇ ਨੇ ਕਿ ਕੀ ਹੈ ਜਿਹੜਾ ਉਹ ਸਮਾਜ ਦੇ ਵਿੱਚ ਚੱਲ ਰਿਹਾ। ਤੇ ਖੈਰ, ਮੈਨੂੰ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਦੋਨੇ ਪਾਸੇ ਨਿਭਾਉਣੀ ਪੈਂਦੀ ਹੈ, ਨਾਲੇ ਢਿੱਲੋਂ ਸਾਹਿਬ ਵਾਲੇ ਪਾਸੇ ਤੇ ਨਾਲੇ ਦਰਸ਼ਕਾਂ ਦੇ ਨਾਲ ਰਾਬਤਾ ਬਣਾਉਣ ਦੀ। ਤੇ ਇੱਕ ਕਾਲਰ ਸਾਡੇ ਨਾਲ ਜੁੜ ਗਏ ਨੇ, ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂ, ਸਤਿ ਸ਼੍ਰੀ ਅਕਾਲ ਆਪਣੇ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂ, ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਐ ਨਹੀਂ ਦੇਖੋ, ਬਾਹਰਲੇ ਰਾਜਾਂ ਦੇ ਸਾਰੇ ਅਫਸਰ ਮਾੜੇ ਨਹੀਂ। ਦੇਖੋ, ਪੰਜਾਬ ਨੂੰ 2 ਅਫਸਰਾਂ ਨੇ ਬਚਾਇਆ ਹੋਇਆ, ਇੱਕ DP ਰੈਡੀ ਤੇ ਇੱਕ ਕ੍ਰਿਸ਼ਨ ਕੁਮਾਰ। ਇਹ ਦੋਨੇ ਬਾਹਰਲੀਆਂ ਸਟੇਟਾਂ ਦੇ ਆ, ਸਾਡਾ ਤਾਂ ਕੋਈ ਕੰਮ ਹੀ ਨਹੀਂ ਕਰਦਾ ਹੈਗਾ। ਤੇ ਇਹ ਦੇਖੋ, ਇੱਕ ਚੀਜ਼ ਆ ਮੈਂ ਤੁਹਾਨੂੰ ਦੱਸਦਾ ਬਈ, ਬਾਦਲ ਸਾਹਿਬ ਦੇ ਰਿਸ਼ਤੇਦਾਰ RS ਮਾਨ ਰਿਟਾਇਰਡ ਚੀਫ ਸੈਕਟਰੀ ਜੀ, ਉਹ ਇਮਾਨਦਾਰ ਬੰਦੇ ਆ, ਬੜੇ ਇਮਾਨਦਾਰ ਬੰਦੇ ਆ। ਉਹਨਾਂ ਨੂੰ ਸਾਰੀ ਦੇਖੋ ਕਮਾਂਡ ਸੰਭਾਲਣੀ ਚਾਹੀਦੀ ਆ। ਸ਼੍ਰੋਮਣੀ ਕਮੇਟੀ ਦਾ ਐਡਮਿਨਿਸਟ੍ਰੇਟਰ ਲਾਉਣਾ ਪੈਣਾ, ਕਿਉਂਕਿ ਜਿੰਨੇ ਸ਼੍ਰੋਮਣੀ ਕਮੇਟੀ ਮੈਂਬਰ ਆ ਸਾਰੇ ਚੌਧਰੀ ਆ। ਇਹਨਾਂ ਦਾ ਕੰਮ ਇੱਕ ਚੌਧਰ ਕਰਨੀ, ਇਹਨਾਂ ਨੂੰ ਤੱਕੇ ਤਾਂ ਪਤਾ ਨਹੀਂ ਹੈ। ਦੇਖੋ, ਹਜੂਰ ਸਾਹਿਬ ਟਰਸਟ ਦਾ IPS ਅਫਸਰ ਲਾਇਆ ਸੀਗਾ ਪਸਰੀਚਾ ਸਾਹਿਬ। ਇੰਨਾ ਕੰਮ ਉਹਨੇ ਕੀਤਾ, ਕੋਈ ਅੰਤ ਨਹੀਂ ਹੈ। ਇਸ ਕਰਕੇ ਦੇਖੋ, ਜੇ ਪੰਜਾਬ ਨੂੰ ਬਚਾਉਣਾ, ਸ਼੍ਰੋਮਣੀ ਕਮੇਟੀ ਦਾ ਐਡਮਿਨਿਸਟ੍ਰੇਟਰ ਲਾਓ। ਮਾਨ ਸਾਹਿਬ ਜਿਹਨੂੰ ਕਹਿਣ ਉਹਨੂੰ ਲਾ ਦਿਓ, ਤਾਂ ਪੰਜਾਬ ਬਚ ਸਕਦਾ। ਜੀ, ਤੁਸੀਂ ਠੀਕ ਗੱਲ ਕੀਤੀ ਹੈਗੀ ਹੈ ਜੀ। ਜਿਹੜੇ ਇਮਾਨਦਾਰ ਅਧਿਕਾਰੀ ਨੇ ਉਹਨਾਂ ਦੀ ਹਾਲੇ ਵੀ ਕੋਈ ਕਮੀ ਨਹੀਂ ਹੈ। ਕਾਹਨ ਸਿੰਘ ਪੰਨੂ ਵਰਗੇ
ਜਿਨ੍ਹਾਂ ਨੇ ਪੂਰਾ ਮਤਲਬ ਰਿਟਾਇਰਮੈਂਟ ਦੇ ਨੇੜੇ ਨੇਗੇ, ਉਹਨਾਂ ਨੇ ਸਾਰੀ ਉਮਰ ਇਸ ਤਰ੍ਹਾਂ ਦਾ ਕੰਮ ਕੀਤਾ, ਕੋਈ ਉਂਗਲ ਨਹੀਂ ਉੱਠਦੀ। ਇਸ ਤਰ੍ਹਾਂ ਦੇ ਬਹੁਤ ਅਧਿਕਾਰੀ ਹੈਗੇ ਨੇ। ਅਸੀਂ ਸਾਰਿਆਂ ਦੀ ਗੱਲ ਕਦੇ ਵੀ ਨਹੀਂ ਕਰਦੇ ਹੁੰਦੇ, ਸਾਰੇ ਮਾੜੇ ਨਹੀਂ ਹੁੰਦੇ, ਤੇ ਕੁਝ ਜਿਹੜੇ ਹੁੰਦੇ ਆ ਮਾੜਿਆਂ ਕਰਕੇ ਸਾਰਿਆਂ ਨੂੰ ਮਾੜਾ ਆਖਿਆ ਮਤਲਬ ਇੱਕੇ ਰਸਤੇ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਅਸੀਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਤੁਸੀਂ ਵੀ ਕਹਿ ਰਹੇ ਹੋ ਕਿ ਕਮੀ ਨਹੀਂ ਹੈਗੀ। ਜੇ ਪੰਜਾਬ 'ਚ ਕਮੀ ਨਹੀਂ, ਤੁਸੀਂ ਬਾਹਰਲੇ ਰਾਜਾਂ ਦੇ ਵਿੱਚ ਨੌਕਰੀ ਲੈ ਕੇ ਦਿਖਾਓ। ਇੱਕ ਪਾਸੇ ਤਾਂ ਮੋਦੀ ਸਾਹਿਬ ਕਹਿੰਦੇ ਨੇ ਕਿ ਇੱਕ ਕਾਨੂੰਨ, ਇੱਕ ਫਲਾਨਾ, ਇੱਕ ਢਿਮਕਾ, ਸਾਰਾ ਕੁਝ ਇੱਕ, ਪਰ ਜਦੋਂ ਤੁਸੀਂ ਦੂਜੇ ਰਾਜਾਂ ਦੇ ਵਿੱਚ ਨੌਕਰੀ ਪ੍ਰਾਪਤ ਕਰਨ ਵਾਸਤੇ ਜਾਂਦੇ ਹੋ, ਤੁਹਾਨੂੰ ਕਿੰਨੀਆਂ ਕੁ ਮਿਲਦੀਆਂ ਹੈਗੀਆਂ ਨੇ। ਨੌਜਵਾਨ ਨਿਰਾਸ਼ਾ ਦੇ ਆਲਮ 'ਚ ਹੈ। ਸਾਡਾ ਢਾਂਚਾ ਕਿਤੇ ਨਾ ਕਿਤੇ ਗਲਤ ਹੈਗਾ। ਚੰਗੇ ਬੱਚੇ ਸਾਡੇ ਕੋਲੇ ਵੀ ਬਹੁਤ ਨੇ, ਬਹੁਤ ਸਾਰੇ ਸਾਡੇ ਸਕੂਲਾਂ ਦੇ ਬੱਚੇ ਵੀ 90 95% ਲੈ ਕੇ ਜਾਂਦੇ ਨੇ। ਇਸ ਕਰਕੇ ਸਾਨੂੰ ਜਿਹੜਾ ਸਿਸਟਮ ਦੇ ਵਿੱਚ ਖੜੋਤ ਆਈ ਵੀ ਹੈ, ਜੰਗਾਲਿਆ ਪਿਆ ਸਿਸਟਮ ਹੈ, ਇਹਨੂੰ ਲੀਹੇ ਪਾਉਣ ਦੀ ਜ਼ਰੂਰਤ ਹੈਗੀ ਹੈ ਜੀ। ਤੇ ਹੁਣ ਜਿਹੜੀ ਗੱਲ ਹੈ ਉਹ ਘੁੰਮ ਫਿਰ ਕੇ ਫਿਰ ਤੋਂ ਅਕਾਲੀ ਦਲ ਤੇ ਹੀ ਆ ਜਾਂਦੀ ਆ ਕਿ ਭਾਵੇਂ ਸ਼੍ਰੋਮਣੀ ਕਮੇਟੀ ਦੀ ਗੱਲ ਹੋਵੇ, ਭਾਵੇਂ ਧਾਰਮਿਕ ਮੁੱਦਿਆਂ ਦੀ ਗੱਲ ਹੋਵੇ। ਤੇ ਇੱਥੇ ਆਪਾਂ ਇਹ ਗੱਲ ਕਵਾਂਗੇ ਕਿ ਸ਼੍ਰੋਮਣੀ ਅਕਾਲੀ ਦਲ, ਜੇ ਗੱਲ ਕਰ ਲਈਏ ਅਕਾਲੀ ਦਲ ਦੇ ਜਿਹੜੀਆਂ ਸੱਜੀਆਂ ਖੱਬੀਆਂ ਬਾਹਾਂ ਸੀਗੀਆਂ, ਉਹ ਤਾਂ ਇਹਨਾਂ ਮੁੱਦਿਆਂ ਦੇ ਚੱਲਦਿਆਂ ਕਿਤੇ ਨਾ ਕਿਤੇ ਟੁੱਟ ਗਈਆਂ। ਤੇ ਹੁਣ ਜਿਹੜੀ ਅਹਿਮ ਕੜੀ ਸੀਗੀ ਸੁਖਦੇਵ ਸਿੰਘ ਢੀਂਡਸਾ, ਉਹਨਾਂ ਨੇ ਵੀ ਤੀਜੇ ਫਰੰਟ ਦੀ ਤਿਆਰੀ ਹੈ ਜਿਹੜੀ ਕਰ ਰਹੀ ਹੈ, ਤੇ ਉਹ ਬਾਕੀ ਆਗੂਆਂ ਦੇ ਨਾਲ ਗੱਲਬਾਤ ਕਰ ਰਹੇ ਨੇ। ਤਾਂ ਲੱਗ ਰਿਹਾ ਹੈ ਕਿ ਉਹ ਵੀ ਆਪਣੀ ਚੋਣ ਰਣਨੀਤੀ ਹੈ ਜਿਹੜੀ ਉਹ ਤਿਆਰ ਕਰ ਰਹੇ ਨੇ। ਤੇ ਹੁਣੇ ਉਹਨਾਂ ਦਾ ਇੱਕ ਵੱਡਾ ਬਿਆਨ ਆਇਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਮਾੜੇ ਹਸ਼ਰ ਦੇ ਲਈ ਸੁਖਬੀਰ ਬਾਦਲ ਹੀ ਨਹੀਂ ਬਲਕਿ ਵੱਡਾ ਬਾਦਲ ਵੀ ਜ਼ਿੰਮੇਵਾਰ ਹੈ। ਢਿੱਲੋਂ ਸਾਹਿਬ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਇਹ ਜਿਹੜੀ ਗੱਲ ਉਹਨਾਂ ਨੇ ਅੱਜ ਕੀਤੀ ਆ, ਦਬਵੀਂ ਆਵਾਜ਼ ਦੇ ਵਿੱਚ ਬਹੁਤ ਸਾਰੇ ਆਗੂ ਪਹਿਲਾਂ ਹੀ ਕਰਦੇ ਰਹੇ ਨੇ। ਇੱਕ ਯੋਜਨਾਬੱਧ ਤਰੀਕੇ ਦੇ ਨਾਲ ਜਿਹੜੇ ਸੀਨੀਅਰ ਆਗੂ ਸੀ, ਉਹਨਾਂ ਦੇ ਸੁਪੁੱਤਰਾਂ ਨੂੰ ਅਕਾਲੀ ਦਲ ਦੇ ਵਿੱਚ ਅੱਗੇ ਲਿਆਂਦਾ ਗਿਆ ਤਾਂ ਜੋ ਆਪਦੇ ਸੁਪੁੱਤਰ ਨੂੰ ਉਹਨਾਂ ਦੇ ਉੱਤੇ ਬਿਠਾਇਆ ਜਾ ਸਕੇ। ਜਦੋਂ ਇੱਥੇ ਲੜਾਈ ਪੈਂਦੀ ਸੀ ਤਾਂ ਬਹੁਤ ਸਾਰੇ ਆਗੂ, ਮਾਨਯੋਗ ਕੈਪਟਨ ਕਮਲਜੀਤ ਸਿੰਘ, ਜਦੋਂ ਉਹਨਾਂ ਦਾ ਸੜਕ ਹਾਦਸੇ ਵਿੱਚ ਦੇਹਾਂਤ ਹੋਇਆ, ਉਸ ਵੇਲੇ ਬਹੁਤ ਸਾਰੇ ਸਵਾਲ ਉੱਠੇ ਸਨ। ਜਾਂਚ ਕਰਨ ਵਾਲੇ ਵੀ ਉਹਦੀ ਗੱਲ ਨਹੀਂ ਦੱਸਦੇ ਕਿ ਉਹ ਕੀ ਕੀਤਾ ਗਿਆ। ਅੱਜ ਵੀ ਉਹ ਸ਼ੱਕ ਦੇ ਘੇਰੇ ਦੇ ਵਿੱਚ ਹੈ ਕਿ ਉਹਨਾਂ ਦਾ ਸੜਕ ਹਾਦਸਾ ਨਹੀਂ ਸੀ ਜਾਂ ਸੜਕ ਹਾਦਸਾ ਕਰਾਇਆ ਗਿਆ ਸੀ। ਇਹਦੀ ਸਪਸ਼ਟਤਾ ਨਹੀਂ ਹੋਈ ਹੈਗੀ। ਇਸੇ ਤਰ੍ਹਾਂ ਇਹਨਾਂ ਆਗੂਆਂ ਦੇ ਸਭ ਇੱਕ ਕਰਕੇ ਜਦੋਂ ਆਪਾਂ ਕਿਸੇ ਵਿਭਾਗ ਦੇ ਵਿੱਚ ਨੌਕਰੀ ਤੇ ਭਾਵੇਂ ਕਲਰਕ ਦੇ ਉਹਦੇ ਤੇ ਜਾਈਏ, ਲਗਭਗ ਬੰਦੇ ਨੂੰ ਪਤਾ ਹੁੰਦਾ ਕਿ 30 ਸਾਲ ਮੈਂ ਇੱਥੇ ਰਹਿਣਾ, 10 ਸਾਲਾਂ ਬਾਅਦ ਕਲਰਕ ਤੋਂ ਮੈਂ ਅਸਿਸਟੈਂਟ ਸੁਪਰਡੈਂਟ ਬਣ ਜਾਵਾਂਗਾ, ਉਸ ਤੋਂ ਬਾਅਦ ਮੈਂ ਸੁਪਰਡੈਂਟ ਬਣ ਜਾਵਾਂਗਾ, ਫਿਰ ਕਈ ਵਾਰੀ ਬੰਦਾ ਡਿਪਟੀ ਸੈਕਟਰੀ ਜਾਂ ਸੈਕਟਰੀ ਦੇ ਅਹੁਦੇ ਤੱਕ ਜਾਂਦਾ ਹੈ। ਹੁਣ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਤਾਂ ਇਹ ਢੀਂਡਸਾ ਸਾਹਿਬ ਨੇ ਜਿਹੜੀ ਗੱਲ ਕਹੀ ਹੈ, ਉਹ ਕਹੀ ਹੈ ਕਿ ਪੁੱਤਰ ਮੋਹ ਦੇ ਵਿੱਚ ਬਾਦਲ ਸਾਹਿਬ ਨੇ ਅਕਾਲੀ ਦਲ ਨੂੰ ਬਰਬਾਦ ਕਰਤਾ। ਛਿੱਕੇ ਤੇ ਟੰਗ ਦਾ ਕੋਈ ਸ਼ੱਕ ਨਹੀਂ ਇਹਦੇ ਵਿੱਚ ਕਿ ਅਕਾਲੀ ਦਲ ਦੇ ਵਿੱਚ ਬਹੁਤ ਸਾਰੇ ਸਿਰਕੱਢ ਆਗੂ ਹੁੰਦੇ ਸੀ ਜਿਹੜੇ ਇਸ ਸਿਧਾਂਤ ਤੇ ਚੱਲਦੇ ਸੀ ਕਿ ਮੈਂ ਉਜੜਾ ਪੰਥ ਵਸੇ, ਪਰ ਜਦੋਂ ਤੋਂ ਇਹ ਸਿਧਾਂਤ ਚੱਲ ਪਿਆ ਕਿ ਮੈਂ ਬਸਾਂ ਪੰਥ ਢੱਠੇ ਖੂਹ ਚ ਪਵੇ, ਉਸ ਵੇਲੇ ਇਸ ਤਰ੍ਹਾਂ ਦੇ ਵਰਤਾਰੇ ਵਾਪਰੇ ਨੇ। ਢੀਂਡਸਾ ਸਾਹਿਬ ਕੱਲ ਨੂੰ ਇੱਕ ਨਵੀਂ ਪਾਰਟੀ ਖੜੀ ਕਰਨ ਜਾ ਰਹੇ ਨੇ। ਉਹਦੀ ਰੂਪਰੇਖਾ ਕੀ ਹੋਵੇਗੀ, ਕਿਸ ਤਰ੍ਹਾਂ ਦੀ ਹੋਵੇਗੀ, ਕੀ ਉਹ ਵੀ ਲੋਕਾਂ ਦੇ ਉੱਤੇ ਖਰਾ ਉਤਰ ਸਕੇਗੀ, ਉਹਨਾਂ ਦੇ ਮਾਪਦੰਡ, ਜਿਹੜੀਆਂ ਸਮੱਸਿਆਵਾਂ ਅੱਜ ਪੈਦਾ ਹੋਈਆਂ ਨੇ, ਕੀ ਉਹ ਪਾਰਟੀ ਵੀ ਲੋਕਾਂ ਦੇ ਨਾਲ ਜਿਹੜਾ ਇਨਸਾਫ ਕਰਨ ਦਾ ਯਤਨ ਕਰੇਗੀ, ਇਹ ਸਮਾਂ ਦੱਸੇਗਾ। ਪਰ ਉਹਨਾਂ ਵੱਲੋਂ ਇਹ ਗੱਲ ਕਹਿਣੀ ਕਿ ਜੇ ਅੱਜ ਅਕਾਲੀ ਦਲ ਦੇ ਵਿੱਚ ਗਿਰਾਵਟ ਆਈ ਹੈ ਤਾਂ ਇਹ ਪਰਿਵਾਰ ਆ ਜਿਹੜਾ ਬਾਦਲ ਪਰਿਵਾਰ, ਇਹਨਾਂ ਨੇ ਧਾਰਮਿਕ ਸਥਾਨਾਂ ਦਾ ਮਲੀਆ ਮੇਟ ਕਰਤਾ, ਇਹਨਾਂ ਨੇ ਸਿਆਸਤ ਦਾ ਮਲੀਆ ਮੇਟ ਕਰਤਾ। ਇਸ ਵੇਲੇ ਸਾਰੇ ਪੰਜਾਬ ਦੀਆਂ ਸਿਆਸੀ ਧਿਰਾਂ ਜਿਹੜੇ 3 ਆਰਡੀਨੈਂਸ 3 ਫਰਮਾਨ ਕੇਂਦਰ ਸਰਕਾਰ ਨੇ ਜਾਰੀ ਕੀਤੇ ਨੇ, ਜਦ ਕਿ ਇੱਥੇ ਲੋਕ ਸਭਾ ਤੇ ਰਾਜ ਸਭਾ ਹੈਗੀ ਸੀ, ਇਹ ਫਰਮਾਨ ਜਾਰੀ ਕਰਨ ਦਾ ਕੋਈ ਸਮਾਂ ਨਹੀਂ ਸੀ। ਇੱਕ ਪਾਸੇ ਲੋਕ ਕਰੋਨਾ ਮਹਾਮਾਰੀ ਨਾਲ ਜੂਝ ਰਹੇ ਨੇ, ਉਸ ਵੇਲੇ ਮੋਦੀ ਦੀ ਸਰਕਾਰ ਪੈਰ ਪੈਰ ਤੇ ਸਿਆਸਤ ਕਰ ਰਹੀ ਹੈ। ਹੁਣ ਕਹਿੰਦੇ ਛਠ ਪੂਜਾ ਤੱਕ ਸਾਰਿਆਂ ਨੂੰ ਜਿਹੜਾ ਹੈਗਾ ਉਹ ਅਨਾਜ ਮਿਲੇਗਾ। ਛਠ ਪੂਜਾ ਹੁਣ ਕਿਵੇਂ ਯਾਦ ਆ ਗਈ? ਛਠ ਪੂਜਾ ਸਭ ਤੋਂ ਵੱਧ ਬਿਹਾਰ ਦੇ ਲੋਕ ਮਨਾਉਂਦੇ ਨੇ ਤੇ ਬਿਹਾਰ ਦੇ ਵਿੱਚ ਵੋਟਾਂ ਆ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ। ਇਸ ਕਰਕੇ ਮੋਦੀ ਸਾਹਿਬ ਨੇ ਬਿਹਾਰ ਨੂੰ ਮੂਹਰੇ ਰੱਖ ਕੇ ਇਹ ਗੱਲ ਕੀਤੀ। ਜਦੋਂ ਪੰਜਾਬ ਦੀਆਂ ਸਾਰੀ ਰਾਜਸੀ ਧਿਰਾਂ ਬਾਰ-ਬਾਰ ਇਹ ਗੱਲ ਕਹਿ ਰਹੀਆਂ ਨੇ ਕਿ ਇਹ ਆਰਡੀਨੈਂਸ ਬਹੁਤ ਗਲਤ ਨੇ, ਉਸ ਵੇਲੇ ਇਹਨਾਂ ਦਾ ਅਕਾਲੀਆਂ ਦਾ ਕੇਂਦਰ ਸਰਕਾਰ ਦੇ ਨਾਲ ਖੜਨਾ ਪੰਜਾਬ ਦਾ ਨਾਲ ਇੱਕ ਬਹੁਤ ਵੱਡਾ ਧਰੋਹ ਹੈ। ਔਰ ਇਹ ਸਪਸ਼ਟਤਾ ਕਰਦੇ ਵੀ ਕਿਹੜੀ ਚੀਜ਼ ਦੇ ਕਰਕੇ ਉੱਥੇ ਖੜੇ ਨੇ। ਜਿਵੇਂ ਇਹਨਾਂ ਨੇ ਧਾਰਾ 370 CAA ਜਾਂ ਹੋਰਨਾਂ ਮੁੱਦਿਆਂ ਦੇ ਉੱਤੇ
ਆਪਦੇ ਸਿਧਾਂਤਾਂ ਨੂੰ ਤਰਜੀਹ ਦੇ ਕੇ ਇੱਕ ਕੁਰਸੀ ਬਚਾਉਣ ਵਾਸਤੇ ਕੇਂਦਰ ਦੀ ਸਾਥ ਦਿੱਤਾ ਹੈਗਾ। ਦਬਵੀਂ ਆਵਾਜ਼ ਦੇ ਵਿੱਚ ਕੁਝ ਹੋਰ ਗੱਲਾਂ ਵੀ ਨੇ। ਲੋਕ ਇਹ ਕਹਿ ਰਹੇ ਨੇ ਕਿ ਈਡੀ ਕੋਲੇ ਅਕਾਲੀ ਆਗੂਆਂ ਦੀਆਂ ਕੁਝ ਫਾਈਲਾਂ ਵੀ ਨੇ। ਉਹ ਵੀ ਡਰ ਮਾਰਦਾ ਕਿ ਜੇ ਅੱਜ ਅਸੀਂ ਮੋਦੀ ਜੀ ਨਾਲ ਵਿਗਾੜ ਪਾ ਲਿਆ, ਸ਼ਾਇਦ ਉਹ ਜਿਹੜੀਆਂ ਫਾਈਲਾਂ ਮਿੱਟੀ ਘੱਟੇ 'ਚ ਜਿਹੜੇ ਧਰੀਆਂ ਪਈਆਂ ਨੇ ਉਹਨਾਂ ਤੋਂ ਮਿੱਟੀ ਉਤਰ ਜੇ। ਇਸ ਕਰਕੇ ਅੱਗੇ ਬਿਜਲੀ ਐਕਟ 2020 ਆ ਰਿਹਾ ਹੈ, ਉਹਦਾ ਪ੍ਰਸਤਾਵਿਤ ਮਤਾ ਹੋ ਗਿਆ, ਉਹਨੂੰ ਲਿਆਂਦਾ ਜਾ ਰਿਹਾ ਹੈਗਾ। ਇੱਕ ਪਾਸੇ ਕਹਿ ਰਹੇ ਨੇ ਕਿ ਅਸੀਂ ਨਹੀਂ ਕਰਨਾ, ਉਹਦੇ ਉੱਤੇ ਵੀ ਤੁਸੀਂ ਦੇਖਿਓ ਇਹਨਾਂ ਨੇ ਸਹੀ ਪਾਉਣੀ ਐ। ਨਿੱਜੀ ਤਾਪ ਬਿਜਲੀ ਘਰਾਂ ਨਾਲ ਸਮਝੌਤੇ ਜਿਹੜੇ ਕੀਤੇ, ਤੁਸੀਂ ਦੇਖੋ ਇਸ ਵੇਲੇ ਵੀ ਬਾਹਰੋਂ ਬਿਜਲੀ ਹੈ ਜਿਹੜੀ ਅਸੀਂ ਕੇਂਦਰੀ ਪੂਲ ਚੋਂ ਲੈਂਦੇ ਹਾਂ, ਹੋਰਨਾਂ ਖੇਤਰਾਂ ਚੋਂ ਲੈਂਦੇ ਹਾਂ। ਜਿਵੇਂ ਨਵਦੀਪ ਅੱਜ ਕੱਲ ਮੌਨਸੂਨ ਚੱਲ ਪਿਆ, ਜਿਹੜੇ ਸਾਡੇ ਸਾਊਥ ਦੇ ਸੂਬੇ ਨੇ ਉਹਨਾਂ ਦੇ ਵਿੱਚ ਬਿਜਲੀ ਦੀ ਮੰਗ ਘਟ ਗਈ ਹੈ, ਲੇਕਿਨ ਪੈਦਾਵਾਰ ਤਾਂ ਉਹਨਾਂ ਦੀ ਉਵੇਂ ਹੀ ਕੀਤੀ ਜਾ ਰਹੀ ਹੈ, ਜਨਰੇਸ਼ਨ ਤਾਂ ਉਵੇਂ ਹੀ ਹੋ ਰਹੀ ਹੈ। ਉਹਨਾਂ ਕੋਲੇ ਜਿਹੜੀ ਫਾਲਤੂ ਬਿਜਲੀ ਹੁੰਦੀ ਹੈ ਉਹ ਖੁੱਲੀ ਮੰਡੀ 'ਚ ਦੇ ਦਿੰਦੇ ਨੇ। 3 ਰੁਪਏ 94 ਪੈਸੇ ਭਾਵ 4 ਰੁਪਏ ਦੇ ਲਗਭਗ ਸਾਨੂੰ ਖੁੱਲੀ ਮੰਡੀ ਦੇ ਵਿੱਚੋਂ ਬਿਜਲੀ ਪ੍ਰਾਪਤ ਹੋ ਰਹੀ ਹੈ। ਜਿਹੜਾ ਜੀਵੀਕੇ ਤਾਪ ਬਿਜਲੀ ਘਰ ਗੋਇੰਦਵਾਲ ਸਾਹਿਬ ਹੈ ਉਸ ਤੋਂ 9 ਰੁਪਏ 54 ਪੈਸੇ 9.5 ਰੁਪਏ ਦੇ ਲਗਭਗ, ਕਿੱਥੇ 4 ਰੁਪਏ 2.5 ਗੁਣਾ ਅਸੀਂ ਜਿਹੜੀ ਆ ਬਿਜਲੀ ਖਰੀਦ ਰਹੇ ਹਾਂ, ਕਿਉਂਕਿ ਸਮਝੌਤੇ ਕੀਤੇ ਨੇ। ਕੀਤੇ ਕਿਹਨਾਂ ਨੇ ਸੀ? ਇਹਨਾਂ ਨੇ, ਜਿਨ੍ਹਾਂ ਨੇ ਹੁਣ ਬਿਜਲੀ ਐਕਟ 2020 ਤੇ ਵੀ ਦਸਤਖਤ ਕਰਨੇ ਨੇ ਜੀ। ਤਲਵੰਡੀ ਸਾਬੋ ਤੋਂ 6 ਰੁਪਏ 63 ਪੈਸੇ, ਰਾਜਪੁਰਾ ਤੋਂ 5 ਰੁਪਏ 6 ਪੈਸੇ। ਇਸ ਤਰ੍ਹਾਂ ਸਾਡੇ ਇਹ ਸਮਝੌਤੇ ਹੋਏ ਨੇ। ਜਿਹੜੇ ਬਾਇਓਮਾਸ ਤੋਂ ਹੋਏ ਨੇ, ਰਹਿੰਦ ਖੂੰਦ ਭਾਵ ਛਟੀਆਂ ਹੋਈਆਂ, ਪਰਾਲੀ ਹੋਈ, ਉਹਨਾਂ ਤੋਂ ਜਿਹੜਾ ਇੱਥੇ ਬਿਜਲੀ ਘਰ ਲੱਗੇ ਹੋਏ ਨੇ 6 ਰੁਪਏ 55 ਪੈਸੇ। ਪੂਰੇ ਸਾਲ 'ਚ ਬਾਹਰੋਂ 5455 ਕਰੋੜ ਦੀ ਬਿਜਲੀ ਖਰੀਦੀ। ਕੁੱਲ ਬਿਜਲੀ 2019-20 ਦੇ ਵਿੱਚ 21,725 ਕਰੋੜ ਦੀ ਖਰੀਦੀ ਗਈ। ਇਹ ਮਹਿੰਗੇ ਭਾਅ ਦੇ ਉੱਤੇ। ਜੇ ਸਾਡੇ ਆਪਣੇ ਤਾਂ ਜਿਹੜੇ ਪ੍ਰਾਈਵੇਟ ਤਾਪ ਬਿਜਲੀ ਘਰ ਨੇ ਉਹਨਾਂ ਤੋਂ 21,725 ਕਰੋੜ ਦੀ ਬਿਜਲੀ ਖਰੀਦੀ ਗਈ। ਬਾਹਰੋਂ ਜਿਹੜੀ ਹੈ ਉਹ 4390 55 ਲੱਖ ਬਿਲੀਅਨ ਬਿਜਲੀ ਖਰੀਦੀ ਗਈ ਹੈ। ਜੇ ਇਹੀ ਬਿਜਲੀ ਸਾਡੇ ਤਾਪ ਬਿਜਲੀ ਘਰ ਜਿਨ੍ਹਾਂ ਨੂੰ ਅਸੀਂ ਬੰਦ ਰੱਖਿਆ ਹੋਇਆ, ਜਿੱਥੇ 4-4 5-5 ਹਜ਼ਾਰ ਇੰਜੀਨੀਅਰ ਤੇ ਹੋਰ ਸਟਾਫ ਫਿਰਦਾ ਹੈਗਾ, ਉਹਨਾਂ ਨੂੰ ਮੁਫਤ ਦੇ ਵਿੱਚ ਤਨਖਾਹਾਂ ਦੇ ਰਹੇ ਹਾਂ। ਜਦੋਂ ਇਹ ਤਾਪ ਬਿਜਲੀ ਘਰ ਪੰਜਾਬ ਦੀ ਧਰਤੀ ਤੇ ਲਿਆਂਦੇ ਗਏ ਉਸ ਵੇਲੇ ਸਾਡੇ ਕੋਲ ਵਿਉਂਤਬੰਦੀ ਨਹੀਂ ਸੀ। ਅਸੀਂ ਕੋਈ ਵਿਉਂਤਬੰਦੀ ਉਸ ਵੇਲੇ ਕੀਤੀ ਨਹੀਂ ਗਈ। ਸਾਡਾ ਜਿਹੜਾ ਪੀਕ ਆਵਰ ਹੈ, ਸਿਖਰ ਲੋਡ ਹੈ, ਉਹ ਜੂਨ ਤੋਂ ਲੈ ਕੇ ਸਤੰਬਰ ਤੱਕ ਰਹਿੰਦਾ ਜਦੋਂ ਝੋਨਾ ਲੱਗਦਾ ਹੈ ਜੀ। ਬਾਕੀ ਸਮਿਆਂ ਦੇ ਵਿੱਚ ਅਸੀਂ ਆਪਣਾ ਵਰਤ ਸਕਦੇ ਹਾਂ। ਹੁਣ ਤਰਕ ਦਿੱਤਾ ਗਿਆ ਕਿ ਬਠਿੰਡੇ ਦੇ ਤਾਪ ਬਿਜਲੀ ਘਰ ਤੋਂ ਮਹਿੰਗੀ ਬਿਜਲੀ ਹੋਈ, ਤਾਂ ਪਿਛਲੀ ਸਰਕਾਰ ਵਾਲੇ ਸਪਸ਼ਟ ਕਰ ਦੇਣ ਵੀ 750 ਕਰੋੜ ਰੁਪਈਆ ਉਹਨੂੰ ਨਿਭਾਉਣ ਤੇ ਕਿਉਂ ਲਾਇਆ ਸੀ। ਅਸੀਂ ਲਗਾਤਾਰ ਇਹੀ ਗੱਲ ਨਵਜੋਤ ਸਿੰਘ ਸਿੱਧੂ ਹੋਰੀ ਬਾਰ-ਬਾਰ ਚੱਕਦੇ ਨੇ ਕਿ ਪੈਸਾ ਹੈ, ਪੈਸਾ ਨਿੱਜੀ ਜੇਬਾਂ ਦੇ ਵਿੱਚ ਜਾ ਰਿਹਾ ਹੈ, ਸਰਕਾਰੀ ਖਜ਼ਾਨਿਆਂ ਦੇ ਵਿੱਚ ਨਹੀਂ ਆ ਰਿਹਾ। ਇਹੋ ਕਾਰਨ ਹੈ ਕਿ ਪੰਜਾਬ ਦੀ ਸਥਿਤੀ ਦਿਨੋਂ ਦਿਨ ਗਰਕਦੀ ਜਾ ਰਹੀ ਹੈ। ਜਿਹੜਾ ਪੰਜਾਬ ਕਿਸੇ ਵੇਲੇ ਪਹਿਲੇ 5 ਸੂਬਿਆਂ ਦੇ ਵਿੱਚ ਆਉਂਦਾ ਸੀ, ਅੱਜ ਉਹਦੀ ਗਿਣਤੀ ਉਰਦੂ ਲਿਖਣ ਵਾਂਗ ਪਿਛਲੇ ਪਾਸਿਓਂ 5ਵੇਂ ਥਾਂ ਤੇ ਜਾਂ 4ਥੇ ਥਾਂ ਤੇ ਕੀਤੀ ਜਾਊਗੀ। ਇਹਨਾਂ ਸਾਡੇ ਹੁਕਮਰਾਨਾਂ ਨੇ ਮਿਲ ਕੇ ਇਸ ਪੰਜਾਬ ਨੂੰ ਲੁੱਟਿਆ, ਪੰਜਾਬ ਨੂੰ ਕੁੱਟਿਆ, ਪੰਜਾਬ ਨੂੰ ਬਰਬਾਦ ਕੀਤਾ ਔਰ ਅਜੇ ਵੀ ਸਫਲ ਨਹੀਂ ਰਹੇ। ਇਹੋ ਕਾਰਨ ਹੈ ਕਿ ਪੰਜਾਬ ਦੇ ਉੱਤੇ ਜਿਹੜਾ ਕਰਜ਼ਾ ਹੈਗਾ ਉਹ 2.5 ਲੱਖ ਕਰੋੜ ਤੱਕ ਪਹੁੰਚ ਗਿਆ ਔਰ ਕਰਜ਼ੇ ਨੂੰ ਉਤਾਰਨ ਵਾਸਤੇ ਕਰਜ਼ਾ ਪ੍ਰਾਪਤ ਕੀਤਾ ਜਾ ਰਿਹਾ ਹੈ। ਇਹ ਕਦੋਂ ਤੱਕ ਚੱਲੇਗਾ? ਜ਼ਮੀਨਾਂ ਜਾਇਦਾਦਾਂ ਕਦੋਂ ਤੱਕ ਵੇਚਾਂਗੇ? ਇੱਕ ਲਿਮਟ ਹੈ, ਉਹ ਲਿਮਟ ਤੋਂ ਬਾਅਦ ਤਾਂ ਖੜੋਤ ਆਏਗੀ। ਤਾਂ ਜਿਹੜਾ ਬੱਚਾ ਅੱਜ ਨਵਾਂ ਪੈਦਾ ਹੋਏਗਾ ਉਹ ਆਪਦੇ ਸਿਰ ਤੇ ਕਰਜ਼ਾ ਲੈ ਕੇ ਪੈਦਾ ਹੋਏਗਾ। ਇਹਨਾਂ ਹੁਕਮਰਾਨਾਂ ਨੇ, ਇਹਨਾਂ ਲੋਕਾਂ ਨੇ ਪੰਜਾਬ ਨੂੰ ਸਮਝਿਆ ਨਹੀਂ। ਪੰਜਾਬ ਦੇ ਲੋਕ ਇਸ ਵੇਲੇ ਚੁੱਪ ਕਰੇ ਬੈਠੇ ਨੇ। ਉੱਠਣਾ ਚਾਹੀਦਾ। ਜਿਹੜੀ ਸਾਡੇ ਕਾਲਰਾਂ ਨੇ ਗੱਲ ਕੀਤੀ ਹੈ, ਜਦੋਂ ਤੱਕ ਜਾਗਰੂਕ ਹੋ ਕੇ ਤੁਸੀਂ ਨਹੀਂ ਉੱਠੋਗੇ, ਕਰੋੜਾਂ ਅਰਬਾਂ ਰੁਪਈਆ ਕਹਿਤਾ ਵੀ ਇਹਨਾਂ ਦੇ ਕੋਲ ਹੈ। ਜੇ ਕਰੋੜਾਂ ਅਰਬਾਂ ਰੁਪਈਏ ਦੇ ਨਾਲ ਵੋਟਾਂ ਪੈਂਦੀਆਂ ਹੁੰਦੀਆਂ ਤਾਂ 2017 ਦੇ ਵਿੱਚ ਇਹ ਤੀਜੇ ਥਾਂ ਤੇ ਕਿਉਂ ਬਹਿੰਦੇ? ਉਸ ਵੇਲੇ ਇਹਨਾਂ ਨੂੰ ਪੈਸਿਆਂ ਨਾਲ ਵੋਟਾਂ ਮਿਲ ਜਾਂਦੀਆਂ। ਹਾਂ ਠੀਕ ਆ, ਪੈਸਾ ਹੈਗਾ। ਸਿਕੰਦਰ ਵਰਗੇ ਵੀ ਹੱਥ ਖਾਲੀ ਕਰਕੇ ਗਏ ਸੀ ਕਿ ਕੁਝ ਨਹੀਂ ਸਾਡੇ ਨਾਲ ਜਾਣਾ, ਇਹ ਸਾਰਾ ਕੁਝ ਇੱਥੇ ਰਹਿ ਜਾਣਾ ਹੈ। ਜੇ ਅਸੀਂ ਜਿਹੜੇ ਰਾਜ ਦਾ, ਬਹੁਤ ਸਾਰੇ ਸੰਤ ਮਹਾਤਮਾ ਇਹ ਗੱਲ ਕਹਿੰਦੇ ਨੇ ਕਿ ਜਿਹੜੇ ਰਾਜ ਦਾ ਮੁਖੀ ਵਪਾਰੀ ਹੋਵੇਗਾ ਉੱਥੇ ਫਿਰ ਜਨਤਾ ਸੁਖੀ ਨਹੀਂ ਰਹਿ ਸਕਦੀ।
ਜੀ ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਤੇ ਇੱਕ ਦੋ ਕਾਲਰ ਸੀਗੇ ਜਿਹੜੇ ਸਾਡੇ ਨਾਲ ਜੁੜੇ ਸੀਗੇ ਪਰ ਸਮਾਂ ਬਹੁਤ ਘੱਟ ਸੀਗਾ, ਅਸੀਂ ਤੁਹਾਡੇ ਨਾਲ ਰਾਬਤਾ ਨਹੀਂ ਬਣਾ ਸਕੇ। ਸੋ ਇਸ ਚੀਜ਼ ਦੇ ਲਈ ਮਾਫੀ ਚਾਹੁੰਦੇ ਹਾਂ। ਤੇ ਅੱਜ ਦੇ ਜਿਹੜੇ ਮੁੱਦੇ ਸੀਗੇ ਬੜੇ ਹੀ ਅਹਿਮ ਸੀਗੇ, ਬਹੁਤ ਸਾਰੇ ਕਾਲਰ ਸਾਡੇ ਨਾਲ ਜੁੜੇ ਤੇ ਆਪਣੀ ਆਪਣੀ ਗੱਲ ਰੱਖੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਤੁਹਾਡੇ ਜਿਹੜੇ ਕਮੈਂਟਸ ਨੇ ਉਹ ਵੀ ਸਾਡੇ ਲਈ ਬਹੁਤ ਜ਼ਰੂਰੀ ਹੁੰਦੇ ਨੇ। YouTube ਤੇ ਇਹ ਪ੍ਰੋਗਰਾਮ ਦੁਬਾਰਾ ਤੋਂ ਫਿਰ ਤੋਂ ਦਿਖਾਇਆ ਜਾਏਗਾ ਤੇ ਤੁਸੀਂ ਤੁਹਾਡੇ ਚੰਗੇ ਭਾਵੇਂ ਮਾੜੇ ਜਿਹੜੇ ਵੀ ਕਮੈਂਟ ਹੋਣਗੇ ਸਾਡੇ ਸਿਰ ਮੱਥੇ ਹੋਣਗੇ, ਆਪਣੇ ਸੁਝਾਅ ਜਿਹੜੇ ਉਹ ਜ਼ਰੂਰ ਦਿਆ ਕਰੋ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮਿਲਾਂਗੇ ਆਪਾਂ ਅਗਲੇ ਹਫਤੇ ਕੁਝ ਹੋਰ ਨਵੇਂ ਮੁੱਦਿਆਂ ਦੇ ਨਾਲ। ਤਦ ਤੱਕ ਲਈ ਮੈਨੂੰ ਤੇ ਢਿੱਲੋਂ ਸਾਹਿਬ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।